76ਵੇਂ ਸ਼ਲੋਕ ਅੰਦਰ ਭਗਤ ਜੀ ਫਰਮਾਨ ਕਰਦੇ ਹਨ, ਕਬੀਰ ਬਿਰਹੁ ਭੁਯੰਗਮ ਮਨ ਬਸੈ, ਮੰਤ ਨ ਮਾਨੈ ਕੋਏ, ਰਾਮ ਬਿਯੋਗੀ ਨਾ ਜੀਐ, ਜੀਐ ਤਾਂ ਬੌਰਾ ਹੋਏ। ਭੁਯੰਗਮ ਆਖਦੇ ਹਨ ਸੱਪ ਨੂੰ। ਹਿੰਦੁਸਤਾਨ ਅੰਦਰ ਇੱਕ ਪਰੰਪਰਾ ਰਹੀ ਕਿ ਕਈ ਲੋਕ ਸੱਪਾਂ ਦੇ ਮੰਤਰ ਜਾਣਦੇ ਸਨ ਤੇ ਮੰਤਰ ਸਹਾਇਤਾ ਨਾਲ ਸੱਪ ਦੀ ਜ਼ਹਿਰ ਤੋਂ ਬਚਾਉਣ ਦਾ ਉਪਰਾਲਾ ਕਰਦੇ ਸਨ। ਪਰ ਕਈ ਸੱਪ ਅਜਿਹੇ ਵੀ ਹੁੰਦੇ ਜਿਨ੍ਹਾਂ ਦਾ ਡੰਗਿਆ ਹੋਇਆ ਆਦਮੀ ਨਾ ਵੀ ਬਚੇ। ਕਬੀਰ ਜੀ ਇਸ ਗੱਲ ਨੂੰ ਇੱਕ ਸਿਰਫ ਉਦਾਹਰਣ ਵਜੋਂ ਲੈ ਰਹੇ ਹਨ। ਉਹਨਾਂ ਦਾ ਭਾਵ ਕੋਈ ਅਜਿਹਾ ਨਹੀਂ ਕਿ ਸੱਪ ਦਾ ਕੋਈ ਮੰਤਰ ਕੰਮ ਕਰਦਾ ਹੈ ਜਾਂ ਨਹੀਂ। ਨਾ ਉਹ ਸੱਪਾਂ ਦੀਆਂ ਕਿਸਮਾਂ ਬਾਰੇ ਸਮਝਾ ਰਹੇ ਹਨ ਕਿ ਕਿੰਨੇ ਪ੍ਰਕਾਰ ਦੇ ਜ਼ਹਿਰੀਲੇ ਸਰਪ ਹੁੰਦੇ ਨੇ, ਕਿੰਨਿਆਂ ਅੰਦਰ ਜ਼ਹਿਰ ਨਹੀਂ ਹੁੰਦੀ। ਇਹ ਇੱਕ ਮਿਸਾਲ ਲਈ ਗਈ ਹੈ ਜੋ ਸਮਾਜ ਵਿੱਚ ਪ੍ਰਚਲਿਤ ਸੀ। ਪਰ ਕਬੀਰ ਜੀ ਇੱਕ ਅੰਦਰਲੇ ਡੰਗ ਵੱਜ ਜਾਣ ਦੀ ਚਰਚਾ ਕਰਦੇ ਹਨ। ਉਹ ਸਰਪ ਹੈ, ਭੁਯੰਗਮ ਹੈ, ਬਿਰਹੋਂ ਦਾ। ਬਿਰਹੋਂ ਦਾ ਅਰਥ ਹੈ ਵਿਛੋੜਾ। ਵਿਛੜੇ ਹੋਏ ਅਸੀਂ ਸਭ ਹਾਂ। ਵਿਛੜੇ ਹਾਂ ਆਪਣੇ ਕਰਮ ਦੇ ਕਾਰਨ। ਇਹ ਵਿਛੋੜਾ ਅਜਿਹਾ ਨਹੀਂ ਕਿ ਪ੍ਰੀਤਮ ਸਾਡੇ ਤੋਂ ਕੋਈ ਬਹੁਤ ਦੂਰ ਚਲਾ ਗਿਆ ਹੋਵੇ। ਉਹ ਜਾਣ ਬੁੱਝ ਕੇ ਛੁਪ ਗਿਆ ਹੋਵੇ ਕਿ ਮੈਂ ਦਰਸ਼ਨ ਦੇਣੇ ਨਹੀਂ। ਜਿੱਥੋਂ ਤੱਕ ਉਸ ਪ੍ਰੀਤਮ ਦਾ ਸਵਾਲ ਹੈ, ਉਹ ਤਾਂ ਹਰ ਜਾਣਨ ਵਾਲੇ ਨੇ ਆਖਿਆ ਹੈ, ਨੇਰਾ ਹੂ ਤੇ ਨੇਰਾ। ਉਹ ਤਾਂ ਨੇੜੇ ਤੋਂ ਨੇੜੇ ਹੈ। ਕਹਿ ਰਵਿਦਾਸ ਹਾਥ ਪੈ ਨੇਰਾ, ਸਹਜੇ ਹੋਏ ਸੋ ਹੋਈ। ਸੱਚ ਤਾਂ ਇਹ ਹੈ ਕਿ ਉਹ ਆਪਣੇ ਅੰਦਰ ਹੀ ਸੇਜ ਏਕ ਪੈ ਮਿਲਣ ਦੁਹੇਰਾ। ਇੱਕੋ ਹੀ ਸੇਜ ਤੇ ਇਹ ਕਾਮਣ ਜਿੰਦ ਤੇ ਉਹ ਨਿਰੰਕਾਰ ਮੌਜੂਦ ਨੇ। ਲੇਕਿਨ ਇਸ ਜਿੰਦ ਨੇ ਇੰਨੀਆਂ ਅੱਖਾਂ ਬੰਦ ਕਰ ਲਈਆਂ ਨੇ ਉਸ ਨੂੰ ਦੇਖਣ ਵੱਲੋਂ, ਜਾਂ ਕਹਿ ਲਓ ਹਉਮੈ ਦੀ ਦੀਵਾਰ ਖੜੀ ਕਰ ਰੱਖੀ ਹੈ। ਅਗਿਆਨਤਾ ਦਾ ਅੰਧੇਰਾ ਪਸਾਰ ਰੱਖਿਆ ਹੈ ਕਿ ਉਹ ਮਾਲਕ ਦਿਖਾਈ ਦਿੰਦਾ ਹੀ ਨਹੀਂ। ਪਰ ਇਹ ਵੀ ਇੱਕ ਹੋਰ ਸਟੇਜ ਹੈ ਜਿੱਥੇ ਉਹ ਦਿਖਾਈ ਨਾ ਵੀ ਦਿੰਦਾ ਹੋਵੇ, ਪਰ ਉਸ ਦੇ ਮਿਲਾਪ ਲਈ ਅੰਦਰ ਤੜਪਤਾ ਹੋਵੇ। ਸਾਡੀ ਹਾਲਤ ਇਹ ਹੈ, ਸਾਡੇ ਅੰਦਰ ਮਿਲਾਪ ਲਈ ਵੀ ਕੋਈ ਤੜਪ ਨਹੀਂ। ਲੱਖਾਂ ਵਿੱਚੋਂ ਕੋਈ ਇੱਕ ਅੱਧ ਵਿਅਕਤੀ ਹੋਵੇਗਾ ਜਿਸ ਦੇ ਅੰਦਰ ਬਿਰਹੋਂ ਦੀ ਪੀੜਾ ਉੱਠ ਖੜੀ ਹੋਵੇ, ਔਰ ਇਸ ਪੀੜਾ ਦਾ ਉੱਠਣਾ ਹੀ ਜ਼ਿੰਦਗੀ ਨੂੰ ਵਡਭਾਗੀ ਬਣਾ ਜਾਂਦਾ। ਜਿੰਨੀ ਦੇਰ ਵਿਛੋੜੇ ਦਾ ਅਹਿਸਾਸ ਹੀ ਨਹੀਂ, ਓਨੀ ਦੇਰ ਮਿਲਾਪ ਵਾਸਤੇ ਭਲਾ ਕੋਈ ਕਿਉਂ ਯਤਨ ਕਰੇਗਾ। ਆਪਣੇ ਅੰਦਰ ਇਹ ਮਹਿਸੂਸ ਕਰ ਲੈਣਾ ਕਿ ਪ੍ਰੀਤਮ ਨਾਲੋਂ ਟੁੱਟ ਗਏ ਹਾਂ ਤੇ ਉਹੀ ਸਾਡੀ ਜ਼ਿੰਦਗੀ ਦਾ ਸਰੋਤ ਹੈ, ਜ਼ਿੰਦਗੀ ਦਾ ਸੋਮਾ ਹੈ, ਉਸੇ ਦੀ ਅਸੀਂ ਲਹਿਰ ਹਾਂ। ਉਸ ਤੋਂ ਬਿਨਾਂ ਜ਼ਿੰਦਗੀ ਜ਼ਿੰਦਗੀ ਨਹੀਂ। ਤਾਂ ਕਿਧਰੇ ਉਸ ਦੇ ਮਿਲਾਪ ਲਈ
ਅੰਦਰ ਖਿਆਲ ਪੈਦਾ ਹੋਵੇਗਾ। ਇਹ ਖਿਆਲ ਜਿਸ ਦੇ ਅੰਦਰ ਉੱਠ ਪਿਆ, ਫਿਰ ਮਿਲਦਿਆਂ ਬਹੁਤੀ ਦੇਰ ਨਹੀਂ ਲੱਗਦੀ। ਫਿਰ ਕੇਵਲ ਕੁਝ ਇੱਕ ਗੱਲਾਂ ਹਨ ਜਿਨ੍ਹਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ। ਬਿਰਹੋਂ ਦਾ ਅਹਿਸਾਸ ਹੋ ਜਾਏ ਕਿ ਪ੍ਰਭੂ ਮਿਲਾਪ ਹੋਣਾ ਚਾਹੀਦਾ ਹੈ, ਵਿਛੜ ਗਏ ਹਾਂ, ਪਿਆਸ ਜਾਗ ਪਈ। ਹੁਣ ਸਾਵਧਾਨੀ ਇਸ ਗੱਲ ਦੀ ਹੈ ਕਿ ਜਿਸ ਵੀ ਮੰਜ਼ਿਲ ਤੇ ਪਹੁੰਚਣਾ ਹੋਵੇ, ਜੇ ਰਸਤੇ ਦੀ ਸਮਝ ਨਾ ਹੋਵੇ ਤਾਂ ਉਸ ਪਾਸੋਂ ਪੁੱਛ ਲਈਦਾ ਹੈ ਜਿਸ ਨੂੰ ਰਸਤੇ ਦੀ ਜਾਣਕਾਰੀ ਹੋਵੇ। ਸਤ ਸੰਗਤ ਦਾ ਇਹੀ ਤਾਂ ਅਰਥ ਹੈ। ਉਸ ਰਾਹ ਦੇ ਪਾਂਧੀ ਬਣ ਜੋ ਚੱਲੇ, ਜਿਨ੍ਹਾਂ ਮਿਲਾਪ ਜਾਣਿਆ ਮਾਣਿਆ, ਤਿਨਾਂ ਦੇ ਸੰਗ ਬੈਠ ਉਹ ਰੰਗ ਪ੍ਰਾਪਤ ਕਰਨਾ। ਰਸਤੇ ਦਾ ਨਾ ਪਤਾ ਹੋਵੇ, ਪਰ ਜੋ ਜਾਣਨ ਵਾਲੇ ਨੇ ਉਸ ਕਾਫਲੇ ਵਿੱਚ ਸ਼ਾਮਲ ਹੋ ਜਾਇਆ ਜਾਏ ਤਾਂ ਵੀ ਮੰਜ਼ਿਲ ਮਿਲ ਜਾਂਦੀ ਹੈ। ਸਾਵਧਾਨੀ ਕੇਵਲ ਇਸ ਗੱਲ ਦੀ ਹੈ ਕਿ ਰਸਤਾ ਉਸ ਪਾਸੋਂ ਪੁੱਛੀ ਜਿਸ ਨੂੰ ਪਤਾ ਹੋਵੇ। ਆਪ ਭਟਕੇ ਹੋਏ ਲੋਕ ਤੈਨੂੰ ਵੀ ਭਟਕਾ ਸਕਦੇ ਨੇ। ਪਿਆਸ ਤੇਰੀ ਠੀਕ, ਲੇਕਿਨ ਜਿਸ ਪਾਸੋਂ ਰਸਤੇ ਦੀ ਜਾਣਕਾਰੀ ਲੈਣ ਤੁਰਿਓ ਉਸ ਨੂੰ ਖੁਦ ਪਤਾ ਨਹੀਂ। ਅੰਨਾ ਆਗੂ ਜੇ ਥੀਐ ਸਭ ਸਾਥ ਮੁਹਾਵੈ। ਜਿਸ ਨੂੰ ਆਪ ਦਿਖਾਈ ਨਹੀਂ ਦਿੰਦਾ ਉਸ ਦੇ ਪਿੱਛੇ ਚੱਲ ਪਓਗੇ, ਠੋਕਰਾਂ ਖਾਣੀਆਂ ਸੁਭਾਵਿਕ ਨੇ, ਕਿਉਂਕਿ ਉਸ ਨੂੰ ਖੁਦ ਕੁਝ ਨਹੀਂ ਪਤਾ। ਧਰਮ ਦੀ ਦੁਨੀਆ ਵਿੱਚ ਤਾਂ ਇਹ ਬਹੁਤ ਵਾਰੀ ਹੋ ਜਾਂਦਾ ਹੈ। ਅੰਦਰਲਾ ਗਿਆਨ ਜਾਣਨ ਦੀ ਭਾਵਨਾ ਪੈਦਾ ਹੋਈ ਕਪਿਲਵਸਤੂ ਦੇ ਰਾਜਾ ਸ਼ੁਧੋਧਨ ਦੇ ਪੁੱਤਰ ਸਿਧਾਰਥ ਦੇ ਅੰਦਰ। ਔਰ ਤਲਾਸ਼ ਲਈ ਨਿਕਲ ਤੁਰੇ, ਲੇਕਿਨ ਬਰਸਾਂ ਤੱਕ ਸਿਧਾਰਥ ਨੂੰ ਉਹ ਲੋਕ ਮਿਲਦੇ ਰਹੇ ਜਿਨ੍ਹਾਂ ਨੇ ਕੇਵਲ ਭਟਕਾਇਆ, ਅਵਸਥਾ ਤੇ ਪਹੁੰਚਾਇਆ ਨਹੀਂ। ਕਿਸੇ ਆਖਿਆ ਦਿਨ ਵਿੱਚ ਇੱਕ ਵਾਰ ਭੋਜਨ ਕਰਨਾ ਹੈ, ਕਿਸੇ ਆਖਿਆ ਇਤਨੇ ਦਿਨ ਉਪਵਾਸ ਕਰਨਾ ਹੈ, ਕਿਸੇ ਆਖਿਆ 100 ਚੌਲ ਦਾ ਦਾਣਾ ਘਟਾਉਂਦਿਆਂ ਘਟਾਉਂਦਿਆਂ ਇੱਕ ਚਾਵਲ ਦੇ ਦਾਣੇ ਤੇ ਦਿਨ ਦੀ ਖੁਰਾਕ ਲੈ ਜਾ। ਗੌਤਮ ਦੇ ਅੰਦਰ ਇੱਕ ਇੱਛਾ ਸੀ ਕਿ ਉਸ ਪਰਮ ਅਵਸਥਾ ਨੂੰ ਪਾਉਣਾ। ਉਸਨੇ ਸਭ ਕੁਝ ਕੀਤਾ, ਸਰੀਰ ਸੁੱਕ ਕੇ ਪਿੰਜਰ ਹੋ ਗਿਆ। ਮਾਮੂਲੀ ਜਹੀ ਨਿਰੰਜਨਾ ਨਦੀ ਵੀ ਪਾਰ ਨਾ ਕਰ ਸਕੇ ਤਾਂ ਖਿਆਲ ਆਇਆ, ਜਿਨ੍ਹਾਂ ਮੂੜਤਾਵਾਂ ਵਿੱਚ ਲੋਕਾਂ ਪਾ ਦਿੱਤਾ ਹੈ, ਇਹਨਾਂ ਤਾਂ ਸਰੀਰ ਵੀ ਕਮਜ਼ੋਰ ਕਰਕੇ ਰੱਖ ਦਿੱਤਾ ਹੈ। ਗੱਲ ਮੈਂ ਸੰਸਾਰ ਸਮੁੰਦਰ ਤੋਂ ਤਰਨ ਦੀ ਜਾਣਨੀ ਚਾਹੁੰਦਾ ਹਾਂ, ਪਾਰ ਮੈਥੋਂ ਨਿਰੰਜਨਾ ਨਦੀ ਨਹੀਂ ਹੁੰਦੀ। ਉਹ ਦਿਨ ਗੌਤਮ ਬੁੱਧ ਜੀ ਦੇ ਜੀਵਨ ਵਿੱਚ ਇੱਕ ਕ੍ਰਾਂਤੀ ਦਾ ਦਿਨ ਸੀ। ਸਭ ਪਾਖੰਡੀਆਂ ਦਾ ਸਾਥ ਛੱਡ ਗਏ, ਜ਼ਿੰਦਗੀ ਬਦਲੀ। ਭਟਕਾਉਣ ਵਾਲੇ ਗਲੀ ਗਲੀ ਫਿਰਦੇ ਮਿਲ ਜਾਣਗੇ, ਜਿਨ੍ਹਾਂ ਨੂੰ ਖੁਦ ਰਸਤੇ ਦਾ ਪਤਾ ਨਹੀਂ ਪਰ ਦੂਜਿਆਂ ਨੂੰ ਸਮਝਾ ਰਹੇ ਹਨ। ਇੱਥੇ ਸਾਵਧਾਨੀ ਦੀ ਜ਼ਰੂਰਤ ਹੈ। ਪਿਆਸ ਤੇਰੇ ਅੰਦਰ ਉੱਠੀ, ਮੁਬਾਰਕ, ਬਹੁਤ ਵੱਡਾ ਕਦਮ ਜ਼ਿੰਦਗੀ ਦਾ ਉਠਾ ਲਿਆ ਕਿ ਪ੍ਰਭੂ ਮਿਲਾਪ ਬਿਨ ਇਹ ਜੀਵਨ ਅਧੂਰਾ ਹੈ ਔਰ ਮੈਂ ਮਿਲਾਪ ਦੀ ਅਵਸਥਾ ਨੂੰ ਪਾਉਣਾ ਹੈ। ਇਹ ਭਾਵਨਾ ਪੱਕੀ ਬਣ ਜਾਏ।
ਫਿਰ ਭਟਕਣ ਤੋਂ ਬਚਣ ਲਈ ਇੱਕੋ ਇੱਕ ਤਰੀਕਾ ਹੈ, ਰਾਹ ਪੂਰੇ ਗੁਰੂ ਤੋਂ ਪੁੱਛ ਲਈ। ਔਰ ਪੂਰੇ ਗੁਰੂ ਨੇ ਤੈਨੂੰ ਨਾ ਜੰਗਲਾਂ ਵੱਲ ਤੋਰਨਾ ਹੈ, ਨਾ ਪਰਬਤਾਂ ਦੀਆਂ ਕੰਦਰਾਂ ਵੱਲ, ਨਾ ਸਰੀਰ ਨੂੰ ਕਸ਼ਟ ਦੇਣ ਦੇ ਰਾਹ ਤੇ, ਕਿਧਰੇ ਵੀ ਨਹੀਂ। ਉਸਨੇ ਤੈਨੂੰ ਟਿਕਾ ਦੇਣਾ ਹੈ, ਆਪਣੇ ਅੰਦਰ ਟਿਕ। ਔਰ ਆਪਣੇ ਅੰਦਰ ਟਿਕਿਆਂ ਕੁਦਰਤ ਦੇ ਸਭ ਦੁਆਰ ਖੁੱਲ ਜਾਂਦੇ ਨੇ। ਮਾਲਕ ਜਦ ਦੂਰ ਹੀ ਨਹੀਂ, ਉਹ ਸ਼ਕਤੀ ਅੰਦਰ ਹੀ ਵਰਤ ਰਹੀ ਹੈ। ਉਹਾਂ ਤਉ ਜਾਈਏ ਜੋ ਇਹਾਂ ਨਾ ਹੋਏ। ਜੇ ਇੱਥੇ ਨਾ ਹੋਵੇ ਤਾਂ ਉੱਥੇ ਜਾਈਏ ਦੂਜੇ ਥਾਂ ਤੇ, ਪਰ ਉਹ ਇੱਥੇ ਹੀ ਹੈ। ਸੁਰਤੀ ਨਾ ਟਿਕਣ ਦੇ ਕਾਰਨ ਅਸੀਂ ਆਪਣੇ ਸਰੀਰ ਦਾ ਵੀ ਸਹੀ ਉਪਯੋਗ ਨਹੀਂ ਕਰਦੇ। ਇਸ ਵਾਯੂਮੰਡਲ ਵਿੱਚ ਉਤਨੀਆਂ ਹੀ ਆਵਾਜ਼ਾਂ ਨਹੀਂ ਜਿਤਨੀਆਂ ਅਸੀਂ ਸਧਾਰਨ ਤੌਰ ਤੇ ਸੁਣਦੇ ਹਾਂ। ਪ੍ਰਯੋਗ ਕਰਕੇ ਕਦੀ ਦੇਖੋ, ਸੁਰਤ ਟਿਕਾ ਕੇ ਕੇਵਲ ਕੰਨਾਂ ਤੱਕ ਸੀਮਤ ਕਰਕੇ ਧਿਆਨ ਨੂੰ ਸੁਣਨਾ ਹੀ ਹੈ। ਜਿੰਨੇ ਗਹਿਰੇ ਉਤਰਦੇ ਜਾਓਗੇ ਅਨੁਭਵ ਬਦਲਦੇ ਜਾਣਗੇ। ਇਉਂ ਹੀ ਅੱਖਾਂ ਰਾਹੀਂ ਤੱਕਣ ਦਾ ਪ੍ਰਯੋਗ ਕਰਕੇ ਦੇਖੋ। ਕੇਵਲ ਪਦਾਰਥ ਹੀ ਨਹੀਂ, ਇਸ ਖਾਲੀ ਸਪੇਸ ਵਿੱਚ ਵੀ ਪਰਮਾਤਮਾ ਦੀ ਐਨਰਜੀ ਨੂੰ ਫੀਲ ਕਰ ਸਕੋਗੇ। ਈਵਨ ਚਮੜੀ ਵੀ ਮਹਿਸੂਸ ਕਰੇਗੀ ਕਿ ਕੋਈ ਸ਼ਕਤੀ ਟੱਚ ਕਰ ਰਹੀ ਹੈ। ਦਰਅਸਲ ਅਸੀਂ ਬਹੁਤ ਡਿਸਸੈਂਸਿਟਿਵ ਹੋ ਗਏ। ਜਿੰਨਾ ਧਿਆਨ ਕੋਈ ਟਿਕਾ ਲੈਂਦਾ ਹੈ, ਉਨਾ ਉਸ ਦੀ ਸੈਂਸਿਟੀਵਿਟੀ ਬੂਸਟ ਹੋ ਜਾਂਦੀ ਹੈ ਔਰ ਸੈਂਸਿਸ ਉਸ ਦੀਆਂ ਵਧੇਰੇ ਸੂਚਨਾਵਾਂ ਦੇਣ ਲੱਗ ਪੈਂਦੀਆਂ ਨੇ। ਇੱਕ ਸਮਾਂ ਆਉਂਦਾ ਹੈ ਜਦੋਂ 6ਵੀਂ ਸੈਂਸ ਵੀ ਪਰਮਾਤਮਾ ਦੇ ਅਨੁਭਵ ਦਾ ਨਜ਼ਾਰਾ ਲੈ ਆਉਂਦੀ ਹੈ। ਪੂਰਾ ਗੁਰੂ ਟਿਕਾਏਗਾ, ਭਟਕਾਏਗਾ ਨਹੀਂ। ਜੋ ਭਟਕਾਉਣ ਦੇ ਰਾਹ ਪਾਏ ਉਸ ਤੋਂ ਸਾਵਧਾਨ। ਅੰਦਰ ਬਿਰਹੋਂ ਦਾ ਅਹਿਸਾਸ ਪਹਿਲਾ ਕਦਮ ਹੈ। ਮਿਲਾਪ ਲਈ ਤੜਪ ਪੈਦਾ ਹੋਵੇਗੀ। ਰਾਹ ਦਰਸਾਉਣ ਵਾਲਾ ਪੂਰਾ ਗੁਰੂ ਮਿਲ ਗਿਆ, ਭਟਕਣ ਦੀ ਕੋਈ ਬਾਤ ਹੀ ਨਹੀਂ। ਅੰਦਰ ਹੀ ਉਸ ਦੇ ਦੀਦਾਰ ਵੀ ਹੋ ਜਾਣਗੇ। ਲੇਕਿਨ ਆਪਣੇ ਅੰਦਰ ਤੜਪ ਹੋਣੀ ਲਾਜ਼ਮੀ ਹੈ, ਨਹੀਂ ਤਾਂ ਉਸ ਅੰਦਰ ਵਸਦੇ ਨੂੰ ਵੀ ਸਾਰੀ ਜ਼ਿੰਦਗੀ ਮਨੁੱਖ ਅਨੁਭਵ ਨਹੀਂ ਕਰਦਾ। ਸਾਡੀ ਜ਼ਿੰਦਗੀ ਦੇ ਕਿੰਨੇ ਬਰਸ ਬੀਤ ਗਏ, ਕੋਈ ਅਨੁਭਵ ਹੈ? ਜੇ ਨਹੀਂ ਤਾਂ ਅਸੀਂ ਕਿਤਨੇ ਅਵੇਸਲੇ ਹਾਂ। ਜਿਸ ਦੇ ਅੰਦਰ ਬਿਰਹੋਂ ਦੀ ਕਸਕ ਉੱਠੀ ਹੈ, ਵਿਛੋੜੇ ਦੀ ਤੜਪ ਮਹਿਸੂਸ ਹੋਈ ਹੈ, ਉਹਨਾਂ ਨੂੰ ਇੱਕ ਵਾਰੀ ਤਾਂ ਇੱਕ ਮੁਸੀਬਤ ਵਿੱਚੋਂ ਵੀ ਲੰਘਣਾ ਪੈਂਦਾ ਹੈ। ਕਬੀਰ ਜੀ ਨੇ ਆਖਿਆ ਹੈ, ਹਮਹੁ ਜੋ ਬੂਝਾ ਬੂਝਣਾ ਪੂਰੀ ਪਰੀ ਬਲਾਏ। ਜਿਨ੍ਹਾਂ ਕੁਝ ਜਾਣਿਆ ਨਹੀਂ, ਸਮਝਿਆ ਨਹੀਂ, ਉਹ ਤਾਂ ਚੈਨ ਦੀ ਨੀਂਦਰ ਸੁੱਤੇ ਹੋਏ ਨੇ। ਅਸੀਂ ਸਭ ਸੁੱਤੇ ਹੀ ਪਏ ਹਾਂ। ਕਬੀਰ ਜਿਨਹੁ ਕਿਛੂ ਜਾਣਿਆ ਨਹੀਂ, ਤਿੰਨ ਸੁਖ ਨੀਂਦ ਬਿਹਾਏ। ਹਮਹੁ ਜੋ ਬੂਝਾ ਬੂਝਣਾ ਪੂਰੀ ਪਰੀ ਬਲਾਏ। ਇਸ ਦੀ ਵਿਆਖਿਆ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਵੀ ਕੀਤੀ ਕਿ ਉਹ ਪੂਰੀ ਪਰੀ ਬਲਾਏ। ਕੀ ਬਲਾ ਸਹੇੜ ਲਈ? ਇੱਕ ਤੜਪ ਵਿੱਚੋਂ ਤਾਂ ਗੁਜ਼ਰਨਾ ਪਵੇਗਾ, ਫਿਰ ਮਿਲਾਪ ਲਈ ਯਤਨ ਵੀ ਕਰਨਾ ਪਵੇਗਾ। ਉਹਨਾਂ ਵਿਚਾਰ ਦਿੱਤਾ ਹੈ। ਭਾਈ ਸਾਹਿਬ ਕਹਿੰਦੇ ਨੇ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ। ਜਿੰਨੀ ਦੇਰ ਮਿਲਾਪ ਦੀ ਮੰਜ਼ਿਲ ਮਿਲ ਨਾ ਜਾਏ, ਉਸ ਪ੍ਰੀਤਮ ਨਾਲ ਸੰਬੰਧ ਨਾ ਬਣ ਜਾਏ, ਉਤਨੀ ਦੇਰ ਚੈਨ ਕਿੱਥੇ। ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ।
नेहों वाले नैना की नींदर, ਉਹ ਦਿਨੇ ਰਾਤ ਪੈ ਵਹਿੰਦੇ। ਅੰਦਰ ਨੇਹ ਹੋਵੇ, ਸਨੇਹ ਹੋਵੇ, ਪ੍ਰੀਤ ਹੋਵੇ ਪਿਆਰੇ ਦੀ, ਤੇ ਨੇਤਰ ਵਗਦੇ ਨੇ। ਉਹ ਹੰਝੂਆਂ ਦਾ ਵਗਣਾ ਮਨ ਨੂੰ ਵੀ ਪਵਿੱਤਰ ਕਰ ਜਾਂਦਾ ਹੈ। ਪ੍ਰਭੂ ਮਿਲਾਪ ਲਈ ਕੋਈ ਤੜਪੇ, ਰੋਏ, ਪੁਕਾਰੇ, ਇਹ ਸਭ ਮੈਲ ਨੂੰ ਵਗਾ ਕੇ ਬਾਹਰ ਲੈ ਜਾਏਗਾ। ਇਹ ਬੰਦਗੀ ਹੈ। ਨੇਹੋਂ ਵਾਲੇ ਨੈਣਾ ਕੀ ਨੀਂਦਰ, ਉਹ ਦਿਨੇ ਰਾਤ ਪੈ ਵਹਿੰਦੇ। ਇੱਕੋ ਲਗਨ ਲੱਗੀ ਲਈ ਜਾਵੇ, ਹੈ ਟੋਰ ਅਨੰਤ ਉਹਨਾਂ ਦੀ। ਵਸਲੋਂ ਉਰੇ ਮੁਕਾਮ ਨਾ ਕੋਈ, ਸੋ ਚਾਲ ਪਏ ਨਿਤ ਰਹਿੰਦੇ। ਮਿਲਾਪ ਤੋਂ ਉਰੇ ਕੋਈ ਟਿਕਾਣਾ ਨਹੀਂ। ਮੰਜ਼ਿਲ ਮਿੱਥ ਲਈ ਹੈ, ਰੁਕਣਾ ਕੈਸਾ। ਔਰ ਉਹ ਮੰਜ਼ਿਲ ਪਾ ਵੀ ਲੈਂਦੇ ਹਨ, ਪਰ ਉਹਨਾਂ ਦੇ ਅੰਦਰ ਜੋ ਭਾਵਨਾ ਹੈ ਉਸ ਨੂੰ ਵੀ ਸਮਝਣ ਦੀ ਜ਼ਰੂਰਤ ਹੈ। ਅਸੀਂ ਵੀ ਆਖਦੇ ਹਾਂ ਸਾਡੇ ਅੰਦਰ ਪਰਮਾਤਮਾ ਲਈ ਪਿਆਰ ਹੈ। ਜਿਸ ਦੇ ਅੰਦਰ ਪ੍ਰੀਤ ਹੁੰਦੀ ਹੈ, ਉਹਨਾਂ ਦੀ ਅਵਸਥਾ ਵੀ ਜ਼ਰਾ ਦੇਖੋ ਕੈਸੀ ਹੁੰਦੀ ਹੈ। ਸਤਿਗੁਰੂ ਕਹਿੰਦੇ ਨੇ, ਹਉ ਮਨ ਅਰਪੀ ਸਭ ਤਨ ਅਰਪੀ, ਅਰਪੀ ਸਭ ਦੇਸਾ। ਪ੍ਰੀਤਮ ਦੇ ਅੱਗੇ ਅਰਪਣ ਦੀ ਗੱਲ ਨਹੀਂ ਹੈ ਅਜੇ। ਪਿਆਰੇ ਦਾ ਕੋਈ ਸੁਨੇਹਾ ਵੀ ਦੇਵੇ, ਪਿਆਰੇ ਦੀ ਕੋਈ ਗੱਲ ਵੀ ਸੁਣਾਏ। ਕੀ ਸਾਡੇ ਅੰਦਰ ਐਸੀ ਤਿਆਰੀ ਹੈ? ਜਿਸ ਵਿਅਕਤੀ ਦੇ ਅੰਦਰ ਪ੍ਰਭੂ ਮਿਲਾਪ ਲਈ ਤੜਪ ਹੋਵੇਗੀ, ਕੇਵਲ ਉਸ ਦੇ ਅੰਦਰ ਇਹ ਭਾਵਨਾ ਹੋ ਸਕਦੀ ਹੈ। ਹਜ਼ੂਰ ਕਹਿੰਦੇ ਨੇ, ਹਉ ਮਨ ਅਰਪੀ ਸਭ ਤਨ ਅਰਪੀ, ਅਰਪੀ ਸਭ ਦੇਸਾ। ਹਉ ਸਿਰੇ ਅਰਪੀ ਤਿਸ ਮੀਤ ਪਿਆਰੇ, ਜੋ ਪ੍ਰਭ ਦੇ ਸੰਦੇਸਾ। ਮੇਰਾ ਪ੍ਰੀਤਮ ਕਿਵੇਂ ਮਿਲੇਗਾ? ਉਸ ਦਾ ਕੋਈ ਸੰਦੇਸ਼ਾ ਵੀ ਮੈਨੂੰ ਦੇਵੇ, ਸੁਨੇਹਾ ਵੀ ਦੇਵੇ, ਤਾਂ ਮੈਂ ਮਨ, ਤਨ, ਧਨ ਸਭ ਉਸ ਤੋਂ ਵਾਰ ਦਿਆਂ। ਇਹਨਾਂ ਵਿੱਚੋਂ ਕਿਸੇ ਹੋਰ ਸੰਗੀ ਨਹੀਂ ਬਣਨਾ। ਮਿਲਾਪ ਹੋ ਗਿਆ, ਇਹ ਮਨ ਪਵਿੱਤਰ ਹੋ ਜਾਏਗਾ, ਅਸਲੀ ਸਰਮਾਇਆ ਮਿਲ ਗਿਆ। ਅਰਪਿਆ ਤਸੀਸ ਸੋਥਾਨ ਗੁਰ ਪੈ, ਸੰਗ ਪ੍ਰਭੂ ਦਿਖਾਇਆ। ਉਹ ਪਾਖੰਡੀਆਂ ਅੱਗੇ ਨਾ ਅਰਪ ਬੈਠੀ, ਇਹ ਸਾਵਧਾਨੀ ਵਰਤੀ। ਭਟਕਾਉਣ ਵਾਲਿਆਂ ਦੇ ਪਿੱਛੇ ਨਾ ਲੱਗ ਜਾਈ। ਬੜੇ ਲੁਟੇਰੇ ਨੇ, ਬੜੇ ਰਾਹਜ਼ਨ ਫਿਰਦੇ ਨੇ, ਰਹਿਬਰੀ ਦੇ ਨਾਮ ਹੇਠ ਲੁੱਟ ਰਹੇ ਹਨ। ਉੱਥੋਂ ਸਾਵਧਾਨ। ਇਸ ਲਈ ਸਤਿਗੁਰੂ ਜੀ ਨੇ, ਪੰਚਮ ਪਾਤਸ਼ਾਹ ਨੇ ਸਾਨੂੰ ਦੱਸ ਵੀ ਦਿੱਤਾ, ਇਹ ਸੌਂਪਿਆ ਕਿੱਥੇ। ਅਰਪਿਆ ਤਸੀਸ ਸੋਥਾਨ ਗੁਰ ਪੈ, ਸੰਗ ਪ੍ਰਭੂ ਦਿਖਾਇਆ। ਖਿਨ ਮਾਹੇ ਸਗਲਾ ਦੁਖ ਮਿਟਿਆ, ਮਨੋਂ ਚਿੰਦਿਆ ਪਾਇਆ। ਜਿਸ ਦੀ ਇੱਛਾ ਸੀ ਮਿਲਾਪ ਦੀ, ਗੁਰੂ ਨੇ ਉਹ ਮਿਲਾਪ ਕਰਵਾ ਦਿੱਤਾ। ਹੁਣ ਅਵਸਥਾ ਇਉਂ ਬਣ ਗਈ ਹੈ, ਦਿਨ ਰਹਿਣ ਰਲੀਆਂ ਕਰੇ ਕਾਮਣ, ਮਿਟੇ ਸਗਲ ਅੰਦੇਸਾ। ਬਿਨਵੰਤ ਨਾਨਕ ਕੰਤ ਮਿਲਿਆ, ਲੋੜ ਤੇ ਹਮ ਜੈਸਾ। ਜਿਸ ਮਾਲਕ ਦੀ ਤਲਾਸ਼ ਸੀ ਉਸ ਦਾ ਮਿਲਾਪ ਹੋ ਗਿਆ। ਪ੍ਰੀਤ ਵਿੱਚ ਇਹ ਸ਼ਰਤ ਲਾਜ਼ਮੀ ਹੈ ਕਿ ਆਪਣਾ ਆਪਾ ਵੀ ਕੁਰਬਾਨ ਕਰਨ ਦੀ ਤਿਆਰੀ ਹੁੰਦੀ ਹੈ। ਅਗਰ ਇਹ ਨਹੀਂ ਤਾਂ ਪ੍ਰੀਤ ਝੂਠੀ ਹੈ। ਸਤਿਗੁਰੂ ਜੀ ਨੇ ਇੱਕ ਹੋਰ ਬਚਨ ਵਿੱਚ ਫਰਮਾਇਆ, ਗੌੜੀ ਰਾਗ ਅੰਦਰ ਪੰਚਮ ਪਾਤਸ਼ਾਹ ਦੇ ਬਚਨ ਹਨ। ਪ੍ਰਭ ਮਿਲਬੇ ਕਉ ਪ੍ਰੀਤ ਮਨ ਲਾਗੀ, ਪਾਏ ਲੱਗੋਂ ਮੋਹਿ ਕਰੋਂ ਬੇਨਤੀ। ਕੋ ਸੰਤ ਮਿਲੈ ਵਡਭਾਗੀ।
ਮੇਰੀ ਕਿਸਮਤ ਜਾਗ ਜਾਏ ਜੇ ਕੋਈ ਸੰਤ ਪ੍ਰਭੂ ਦਾ ਪਿਆਰਾ ਮਿਲ ਜਾਏ, ਜਿਹੜਾ ਉਸ ਨਾਲ ਮਿਲਾ ਦੇਵੇ ਮੇਰੀ ਪ੍ਰੀਤ ਬਣ ਆਈ ਹੈ। ਉਹ ਮੈਨੂੰ ਮੇਰੇ ਪ੍ਰੀਤਮ ਦੀ ਚਰਚਾ ਸੁਣਾਏਗਾ, ਆਪਣੇ ਪਿਆਰੇ ਦੀ ਕੋਈ ਸਿਫਤ ਸੁਣਾਏ, ਉਹ ਵੀ ਪਿਆਰਾ ਲੱਗਦਾ ਹੈ। ਮਨ ਅਰਪਉ ਧਨ ਰਾਖੋਂ ਆਗੈ, ਮਨ ਕੀ ਮਤ ਮੋਹਿ ਸਗਲ ਤਿਆਗੀ। ਜੇ ਪ੍ਰਮਾਤਮਾ ਦਾ ਜਸ ਸੁਣਦਿਆਂ ਧਨ ਅਰਪਣ ਕਰਨ ਤੋਂ ਵੀ ਸਾਨੂੰ ਸੰਕੋਚ ਹੋਵੇ, ਅਸਾਂ ਮਨ ਕੀ ਅਰਪਣ ਕਰਨਾ ਹੈ ਤੇ ਤਨ ਕੀ ਅਰਪਣ ਕਰਨਾ ਹੈ। ਮਨ ਜਿਨ੍ਹਾਂ ਅਰਪਣ ਕਰ ਦਿੱਤਾ ਹੈ, ਉਹ ਸਰੀਰ ਵੀ ਸੌਂਪ ਦਿੰਦੇ ਨੇ ਸੇਵਾ ਵਿੱਚ, ਉਹ ਧਨ ਵੀ ਸਮਰਪਿਤ ਕਰ ਦਿੰਦੇ ਨੇ। ਨਾ ਸਰੀਰ ਨੇ ਸਾਥ ਜਾਣਾ, ਨਾ ਦੌਲਤ ਨੇ ਸਾਥ ਜਾਣਾ, ਪਰ ਜੇ ਪ੍ਰੀਤਮ ਦਾ ਮਿਲਾਪ, ਉਹ ਰੰਗ ਲੱਗ ਗਿਆ, ਉਹ ਸਦਾ ਦਾ ਸਾਥੀ ਹੈ। ਇਸ ਲਈ ਸਤਿਗੁਰੂ ਕਹਿੰਦੇ ਨੇ ਮਨ ਅਰਪਉ ਧਨ ਰਾਖੋਂ ਆਗੈ। ਮਨ ਬੜਾ ਚਾਲਾਕ ਹੈ, ਇਹ ਕਈ ਵਾਰੀ ਧਨ ਥੋੜਾ ਬਹੁਤਾ ਰੱਖ ਕੇ ਵੀ ਆਪਣੀ ਚਲਾਕੀ ਨੂੰ ਬਚਾਉਣਾ ਚਾਹੁੰਦਾ ਹੈ। ਮਨ ਤੋਂ ਸ਼ੁਰੂ ਕਰ, ਮਨ ਕੀ ਮਤ ਮੋਹਿ ਸਗਲ ਤਿਆਗੀ। ਮਨ ਦੀਆਂ ਮਰਜ਼ੀਆਂ ਮੈਂ ਛੱਡ ਹੀ ਦਿੱਤੀਆਂ ਤੇ ਕੀ ਕੀਤਾ, ਜੋ ਪ੍ਰਭ ਕੀ ਹਰ ਕਥਾ ਸੁਣਾਵੈ, ਅਨ ਦਿਨ ਫਿਰੋਂ ਤਿਸ ਪਿੱਛੇ ਵਿਰਾਗੀ। ਦਿਨ ਰਾਤ ਮੈਂ ਉਸ ਦੇ ਪਿੱਛੇ ਵਿਰਾਗੀ ਬਣ ਕੇ ਫਿਰਾਂ, ਜੋ ਮੈਨੂੰ ਮੇਰੇ ਪ੍ਰੀਤਮ ਦੀ ਹਰੀ ਦੀ ਕਥਾ ਸੁਣਾਵੇ। ਜੋ ਪ੍ਰਭ ਕੀ ਹਰ ਕਥਾ ਸੁਣਾਵੇ, ਅਨ ਦਿਨ ਫਿਰੋਂ ਤਿਸ ਪਿੱਛੇ ਵਿਰਾਗੀ। ਪੂਰਬ ਕਰਮ ਅੰਕੁਰ ਜਬ ਪ੍ਰਗਟੇ। ਹੁਣ ਬੀਜ ਬੀਜਿਆ ਗਿਆ, ਪ੍ਰਫੁੱਲਤ ਹੋਇਆ ਅੰਕੁਰ ਉੱਠ ਆਏ। ਭੇਟਿਓ ਪੁਰਖ ਰਸਿਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਅੰਧੇਰੇ ਦੂਰ ਹੋ ਗਏ, ਜਨਮਾਂ ਜਨਮਾਂਤਰਾਂ ਦੀ ਨੀਂਦਰ ਟੁੱਟ ਗਈ, ਅੰਧੇਰਾ ਮਿਟਿਆ, ਪ੍ਰੀਤਮ ਦਾ ਮਿਲਾਪ ਹੋ ਗਿਆ। ਲੇਕਿਨ ਇਹ ਸ਼ਰਤ ਲਾਜ਼ਮੀ ਪੂਰੀ ਕਰਨੀ ਪਏਗੀ ਕਿ ਸਭ ਕੁਝ ਉਸ ਪਿਆਰੇ ਨਾਲ ਮਿਲਾਉਣ ਵਾਲੇ, ਉਸ ਦੀ ਗੱਲ ਸੁਣਾਉਣ ਵਾਲੇ, ਉਸ ਦਾ ਰਾਹ ਦਰਸਾਉਣ ਵਾਲੇ ਤੋਂ ਨਿਸ਼ਾਵਰ ਕਰਨ ਦੀ ਤਿਆਰੀ ਹੋਵੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਸੈਯਦ ਸ਼ਾਹ, ਜੋ ਕਿ ਮੁਹੰਮਦ ਸਾਹਿਬ ਦੀ ਸੰਤਾਨ ਵਿੱਚੋਂ ਸੀ, ਇਸ ਦੇ ਅੰਦਰ ਬਿਰਹੋਂ ਦੀ ਕਸਕ ਉੱਠੀ। ਖੁਦਾ ਦੇ ਮਿਲਾਪ ਲਈ ਭਾਵਨਾ ਪੈਦਾ ਹੋਈ ਕਿ ਕਿਧਰੇ ਇਹ ਮਨੁੱਖਾ ਜਨਮ ਉਂਝ ਹੀ ਨਾ ਬੀਤ ਜਾਏ, ਵਿਕਾਰਾਂ ਵਿੱਚ ਹੀ ਜਾਂ ਸੰਸਾਰ ਦੇ ਧੰਦਿਆਂ ਵਿੱਚ ਹੀ ਨਿਰੰਕਾਰ ਨਾਲ ਵੀ ਇਹ ਸੁਰਤ ਜੁੜ ਸਕੇ। ਸੁਭਾਵਕ ਸੀ ਕਿ ਜਿਸ ਵੇਲੇ ਪ੍ਰਭੂ ਮਿਲਾਪ ਦੀ ਖਾਹਿਸ਼ ਤੜਪ ਪੈਦਾ ਹੁੰਦੀ ਤਾਂ ਮਿਲਾਪ ਕਰਵਾਉਣ ਵਾਲੇ ਦੀ ਤਲਾਸ਼ ਵਿੱਚ ਪਹਿਲੇ ਨਿਕਲਦਾ, ਕੋਈ ਜੁੜੀ ਹੋਈ ਸ਼ਖਸੀਅਤ ਮਿਲ ਜਾਏ, ਕੋਈ ਰੰਗਿਆ ਹੋਇਆ ਵਿਅਕਤੀ ਮਿਲ ਜਾਏ ਜੋ ਮੈਨੂੰ ਵੀ ਰੰਗ ਚੜਾ ਦੇਵੇ। ਸੈਯਦ ਸ਼ਾਹ ਅਨੇਕਾਂ ਦੇ ਪਾਸ ਗਿਆ। ਲਿਬਾਸ ਤਾਂ ਫਕੀਰਾਂ ਦਾ, ਦਰਵੇਸ਼ਾਂ ਦਾ ਬਣਾ ਕੇ ਬੜੇ ਲੋਕ ਬੈਠੇ ਸਨ, ਲੇਕਿਨ ਮੁਰਾਦ ਕਿਤੋਂ ਪੂਰੀ ਨਾ ਹੋਈ। ਇਹ ਆਸਾਨ ਮਾਮਲਾ ਨਹੀਂ। ਠੱਗਾਂ ਦੀਆਂ ਜਮਾਤਾਂ ਬੈਠੀਆਂ ਨੇ। ਇਸ ਗੱਲ ਤੋਂ ਸਾਵਧਾਨ ਰਹਿਣਾ ਕਿ ਨਕਲ ਹਮੇਸ਼ਾ ਉਸ ਦੀ ਪ੍ਰਚਲਿਤ ਹੁੰਦੀ ਹੈ ਜਿਹੜੀ ਚੀਜ਼ ਕੀਮਤੀ ਹੋਵੇ। ਬਲੌਰਾਂ ਦੀ ਨਕਲ ਬਣਾਉਣ ਦੀ ਕੋਈ ਜ਼ਰੂਰਤ ਨਹੀਂ, ਪਰ ਹੀਰੇ ਨਕਲੀ ਮਿਲ ਜਾਣਗੇ। ਆਦਮੀ ਨੂੰ ਪਤਾ ਹੈ ਮਹਿੰਗਾ ਮੁੱਲ ਕੋਈ ਅਣਜਾਣ ਤਾਰ ਗਿਆ, ਮੈਂ 4 ਪੈਸੇ ਕਮਾ ਲਿਆਵਾਂਗਾ।
ਨਕਲੀ ਹੀਰੇ ਮਾਰਕੀਟ ਵਿੱਚ ਹਨ ਔਰ ਨਕਲੀਆਂ ਦੀ ਇੱਕ ਖੂਬੀ ਹੈ। ਇਕਨੋਮਿਕਸ ਵਿੱਚ ਇੱਕ ਨਿਯਮ ਆਉਂਦਾ ਹੈ ਕਿ ਨਕਲੀ ਸਿੱਕੇ ਅਸਲੀ ਸਿੱਕਿਆਂ ਨੂੰ ਮਾਰਕੀਟ ਤੋਂ ਬਾਹਰ ਕਰ ਦਿੰਦੇ ਨੇ। ਹੈ ਹੈਰਾਨੀ ਦੀ ਗੱਲ, ਅਸਲੀ ਨੂੰ ਮਾਰਕੀਟ ਚੋਂ ਪਾਸੇ ਕਰ ਦੇਣ ਨਕਲੀ। ਇਸ ਦੇ ਪਿੱਛੇ ਕਾਰਨ ਹੈ, ਜਿਸ ਦੀ ਜੇਬ ਵਿੱਚ ਨਕਲੀ ਨੋਟ ਆ ਗਿਆ ਹੈ ਉਸਨੇ ਪਹਿਲਾਂ ਨਕਲੀ ਚਲਾਉਣ ਦੀ ਕੋਸ਼ਿਸ਼ ਕਰਨੀ। ਅਸਲੀ ਤਾਂ ਜਦ ਮਰਜ਼ੀ ਚਲਾ ਲਓ। ਧਰਮ ਦੀ ਦੁਨੀਆ ਵਿੱਚ ਵੀ ਨਕਲੀ ਸਿੱਕਿਆਂ ਦੀ ਕੋਈ ਕਮੀ ਨਹੀਂ। ਬਾਬੇ ਬਕਾਲੇ 22 ਮੰਜੀਆਂ ਡਾਹ ਕੇ ਛੋਟੀ ਜਿਹੀ ਨਗਰੀ ਵਿੱਚ ਬੈਠ ਜਾਂਦੇ ਨੇ। ਐਲਾਨ ਇੱਕ ਦਾ ਹੈ ਤੇ 22 ਦੇ 22 ਨਕਲੀ ਨਿਕਲਦੇ ਨੇ। ਇੱਥੇ ਸਾਵਧਾਨੀ ਦੀ ਜ਼ਰੂਰਤ ਹੈ। ਸੈਯਦ ਸ਼ਾਹ ਕਈਆਂ ਦੇ ਪਾਸ ਗਿਆ, ਗੱਲ ਬਣੀ ਕੋਈ ਨਾ। ਕਿਸੇ ਨੇ ਕਿਸੇ ਭਰਮ ਦੇ ਚੱਕਰ ਵਿੱਚ ਪਾ ਦਿੱਤਾ, ਕਿਸੇ ਵਿੱਚ। ਜੋ ਕਿਸੇ ਕਿਹਾ ਇਸਨੇ ਉਹੀ ਤਪ ਸਾਧਿਆ, ਪਰ ਆਨੰਦ ਦੀ ਪ੍ਰਾਪਤੀ ਨਾ ਹੋਈ। ਭੱਟਾਂ ਨੇ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਸ ਪਹੁੰਚਣ ਤੋਂ ਬਾਅਦ ਇੱਕ ਗੱਲ ਕਹੀ ਸੀ। ਉਹ ਆਖਣ ਲੱਗੇ, ਨਹੀਂ ਸਿੱਧੇ ਤੁਹਾਡੇ ਪਾਸ ਆ ਗਏ, ਬੜੇ ਭਟਕੇ ਆ। ਰਹਿਓ ਸੰਤ ਹੋਂ ਟੋੜ, ਸਾਧ ਬਹੁਤੇਰੇ ਡਿਠੇ। ਸੰਨਿਆਸੀ ਤਪੱਸੀਏ, ਮੁਖੋਂ ਇਹ ਪੰਡਿਤ ਮਿੱਠੇ। ਬਰਸ ਏਕ ਹੋਂ ਫਿਰਿਓ, ਕਿਨੇ ਨਹੁ ਪਰਚੋ ਲਾਇਓ। ਕਹਤੇ ਕਹਤੀ ਸੁਣੀ, ਗੱਲਾਂ ਬਾਤਾਂ ਬੜੀਆਂ ਸੁਣੀਆਂ। ਕਹਤੇ ਕਹਤੀ ਸੁਣੀ, ਰਹਿਤ ਕੋ ਖੁਸ਼ੀ ਨ ਆਇਓ। ਹਰ ਨਾਮ ਛੋੜ ਦੂਜਾ ਲੱਗੇ, ਤਿਨ ਕੇ ਗੁਣ ਹੋਂ ਕਿਆ ਕਹੂੰ। ਗੁਰ ਦਇ ਮਿਲਾਇਓ ਭਿਖਿਆ, ਜਿਵ ਤੂੰ ਰੱਖੇ ਤਿਵ ਰਹੂੰ। ਬੜੇ ਮਿਲ ਜਾਣਗੇ ਨਕਲਚੀ। ਸੈਯਦ ਸ਼ਾਹ ਨੂੰ ਵੀ ਬੜੇ ਮਿਲੇ। ਬਰਸ ਬੀਤ ਗਏ ਵਿਚਾਰੇ ਦੇ, ਖੋਜਦਿਆਂ ਕੋਈ ਐਸਾ ਪੁਰਖ ਜੋ ਖੁਦਾ ਨਾਲ ਜੋੜ ਦੇਵੇ। ਇਹ ਭਟਕਦਿਆਂ ਭਟਕਦਿਆਂ ਖਵਾਜਾ ਰੋਸ਼ਨ ਦੇ ਪਾਸ ਆ ਗਿਆ। ਖਵਾਜਾ ਰੋਸ਼ਨ ਗੁਰੂ ਹਰਗੋਬਿੰਦ ਸਾਹਿਬ ਦੇ ਸ਼ਰਧਾਲੂ ਸਨ ਤੇ ਕਿਸੇ ਵੇਲੇ ਉਹਨਾਂ ਅੰਦਰ ਵੀ ਇੱਕ ਤੜਪ ਸੀ ਆਨੰਦ ਦੀ। ਆਏ, ਬੜੀ ਸੇਵਾ ਕੀਤੀ। ਹਰ ਵੇਲੇ ਸਤਿਗੁਰੂ ਜੀ ਦੇ ਪਿੱਛੇ ਪਿੱਛੇ ਚੱਲਣਾ, ਕਦੀ ਕਿਰਪਾ ਹੋ ਜਾਏ। ਕਹਿੰਦੇ ਨੇ ਸਤਿਗੁਰੂ ਘੋੜੇ ਤੇ ਸਵਾਰ ਹੋ ਕੇ ਗਏ, ਪਿੱਛੇ ਕਈ ਮੀਲ ਦੌੜ ਕੇ ਜਾ ਕੇ ਮਿਲਿਆ। ਹਜ਼ੂਰ ਨੇ ਡਿੱਠਾ ਇਸ ਦੇ ਅੰਦਰ ਤੜਪ ਹੈ। ਉਪਦੇਸ਼ ਬਖਸ਼ਿਆ ਤੇ ਉਪਦੇਸ਼ ਦੀ ਬੁਨਿਆਦ ਇਹ ਸੀ, ਖੁਦਾ ਤੇਰੇ ਅੰਗ ਸੰਗ ਹੈ, ਦੂਰ ਨਹੀਂ ਦੇਖ, ਔਰ ਦਿਖਾ ਦਿੱਤਾ। ਫਿਰ ਇਹ ਖਵਾਜਾ ਰੋਸ਼ਨ, ਇਸ ਨੇ ਖੂਬ ਪ੍ਰਚਾਰ ਵੀ ਖੁਦਾ ਪ੍ਰਸਤੀ ਦਾ ਕੀਤਾ। ਪ੍ਰਚਾਰਕ ਬਣ ਗਿਆ ਤੇ ਇਸ ਨੇ ਆਪਣਾ ਕੇਂਦਰ ਬਣਾ ਲਿਆ ਮਓ ਪਿੰਡ। ਉੱਥੇ ਅੱਜ ਵੀ ਕਬਰ ਹੈ। ਖਵਾਜਾ ਰੋਸ਼ਨ ਦੇ ਪਾਸ ਸੈਯਦ ਸ਼ਾਹ ਆ ਗਿਆ। ਖਵਾਜਾ ਰੋਸ਼ਨ ਨੇ ਆਖਿਆ, ਮਿੱਤਰਾ, ਜੇ ਸੱਚਮੁੱਚ ਤਮੰਨਾ ਹੈ ਉਸ ਜਾਨੀ ਨੂੰ ਮਿਲਣ ਦੀ, ਤੇ ਤਲਵਾਰ ਤੇ ਤਸਬੀਹ ਵਾਲੇ ਦੇ ਪਾਸ ਚਲਾ ਜਾ। ਮਾਲਾ ਤੇ ਕਿਰਪਾਨ ਵਾਲੇ ਮੀਰੀ ਪੀਰੀ ਦੇ ਮਾਲਕ ਦੇ ਕੋਲ ਚਲਾ ਜਾ। ਯਾਦ ਰੱਖੀ, ਧੱਕੇ ਦੇਣ ਜਾਂ ਧੀਰ ਦੇਣ, ਧੀਰਜ ਬਣਾਉਣ। ਸ਼ੋਅ ਪ੍ਰਾਪਤ ਹੋ ਗਈ, ਗੱਲ ਬਣ ਗਈ। ਕਿਸੇ ਘਬਰਾਹਟ ਵਿੱਚ ਨਾ ਆਈ, ਸਿਦਕ ਰੱਖ ਕੇ ਬੈਠ ਜਾ, ਤੇਰੀ ਮੁਰਾਦ ਪੂਰੀ ਹੋਵੇਗੀ। ਜਾ ਬੈਠਾ। ਕਹਿੰਦੇ ਨੇ 3 ਵਿਸ਼ੇਸ਼ ਪ੍ਰੀਖਿਆਵਾਂ ਵਿੱਚੋਂ ਇਸ ਨੂੰ ਲੰਘਾਇਆ ਗਿਆ। ਜਿੱਥੇ ਬੈਠਾ ਸੀ ਇੱਕੋ ਹੀ ਗੱਲ ਗਾਈ ਜਾਏ, ਜਾਨੀ ਕੋ ਜਾਨੀ ਮਿਲਾ ਦੋ ਜੀ, ਮੈਨੂੰ ਮੇਰੇ ਖੁਦਾ ਨਾਲ ਮਿਲਾ ਦਿਓ। ਕਹਿੰਦੇ ਨੇ ਹਜ਼ੂਰ ਨੇ ਸਿੱਖਾਂ ਨੂੰ ਆਖਿਆ, ਇਸ ਦੇ ਸਾਹਮਣੇ ਇੱਕ ਦੀਵਾਰ ਖੜੀ ਕਰ ਦਿਓ। ਇੱਟਾਂ ਚਿਣ ਦਿੱਤੀਆਂ। ਦੀਵਾਰ ਦੇ ਪਾਰੋਂ ਵੀ ਆਵਾਜ਼ ਆਉਂਦੀ ਰਹੀ। ਸਤਿਗੁਰੂ ਕੋਈ ਨਿਰਦਈ ਨਹੀਂ ਸਨ।
ਪਰ ਇਹ ਇਸ਼ਾਰੇ ਬੜੀ ਮਹੱਤਤਾ ਵਾਲੇ ਸਨ। ਸਰੀਰ ਦੀ ਦੀਵਾਰ ਦੇ ਵਿੱਚੋਂ ਵੀ, ਪਾਰੋਂ ਵੀ ਆਵਾਜ਼ ਉੱਠ ਰਹੀ ਹੈ, ਜਾਂ ਕੇਵਲ ਜ਼ਬਾਨ ਹੀ ਬਾਹਰ ਬੋਲਦੀ ਹੈ। ਦੀਵਾਰ ਦੇ ਪਾਰੋਂ ਵੀ ਉਹੀ ਆਵਾਜ਼ ਸੁਣਾਈ ਦਿੱਤੀ। ਆਵਾਜ਼ ਦੀ ਖੂਬੀ, ਅੱਖਾਂ ਨਾ ਵੀ ਦੇਖ ਸਕਣ, ਦੀਵਾਰਾਂ ਦੇ ਪਾਰੋਂ ਵੀ ਆਵਾਜ਼ ਕੰਨਾਂ ਤੱਕ ਪਹੁੰਚ ਜਾਂਦੀ ਏ। ਇਹਨੂੰ ਆਖਦੇ ਨੇ ਪੁਕਾਰ। ਸਰੀਰ ਦੇ ਪਾਰੋਂ ਇਹ ਪੁਕਾਰ ਉੱਠ ਰਹੀ ਸੀ। ਮੋਹਰਾਂ ਦੀ, ਰੁਪਈਆਂ ਦੀ ਥੈਲੀ ਸੁਟਵਾ ਦਿੱਤੀ। ਇਸ ਨੇ ਦੇਖਿਆ ਵੀ ਨਾ ਔਰ ਪੁਕਾਰਦਾ ਰਿਹਾ, ਜਾਨੀ ਕੋ ਜਾਨੀ ਮਿਲਾ ਦੋ ਜੀ। ਰੁਪਈਆਂ ਤੇ ਭੁੱਲ ਜਾਂਦਾ ਤਾਂ ਇਹਦਾ ਮਤਲਬ ਸੀ ਰਿੱਧੀਆਂ ਸਿੱਧੀਆਂ ਦੀ ਤਮੰਨਾ ਲੈ ਕੇ ਆਇਆ ਹੈ, ਖੁਦਾ ਦਾ ਤਾਂ ਬਹਾਨਾ ਹੀ ਹੈ। ਪਰ ਨਹੀਂ, ਇਸ ਪ੍ਰੀਖਿਆ ਵਿੱਚੋਂ ਵੀ ਇਹ ਪਾਰ ਹੋ ਗਿਆ। ਬੜੇ ਤਰਲੇ ਕੀਤੇ। ਹਜ਼ੂਰ ਨੇ ਆਖਿਆ, ਜਾਓ ਇਹਨੂੰ ਆਖੋ ਜੇ ਬਹੁਤ ਕਾਹਲੀ ਹੈ, ਦਰਿਆ ਵਿੱਚ ਛਾਲ ਮਾਰ ਦੇ। ਬਸ ਇੱਕ ਬਚਨ ਸੁਣਨ ਦੀ ਦੇਰ ਸੀ। ਮੈਨੂੰ ਮਿਲਾਉਣ ਵਾਲਾ ਕਹਿੰਦਾ ਦਰਿਆ ਵਿੱਚ ਛਾਲ ਮਾਰ ਦੇ, ਖੁਦਾ ਮਿਲ ਜਾਏਗਾ। ਦਰਿਆ ਵੱਲ ਦੌੜ ਉੱਠਿਆ। ਸਤਿਗੁਰੂ ਜੀ ਨੇ ਇੱਕ ਪ੍ਰੀਖਿਆ ਹੀ ਪਾਈ ਸੀ। ਸਿੱਖ ਪਿੱਛੇ ਘੋੜੇ ਤੇ ਭੇਜ ਦਿੱਤਾ, ਇਸ ਨੂੰ ਪਕੜ ਕੇ ਲੈ ਆਂਦਾ। ਦਰਿਆ ਵਿੱਚ ਛਾਲ ਮਾਰਨੀ ਇੱਕ ਵਹਿਣ ਵਿੱਚ ਵਹਿਣਾ ਸੀ। ਜੋ ਖੁਦਾ ਦੀ ਰਜ਼ਾ ਦੇ ਵਹਿਣ ਵਿੱਚ ਵਹਿਣ ਲਈ ਤਿਆਰ ਹੈ, ਖੁਦਾ ਉਸ ਦਾ ਹੈ। ਔਰ ਕਿਰਪਾ ਕਰ ਦਿੱਤੀ। ਅਸੀਂ ਸ਼ਰਤ ਕੋਈ ਵੀ ਪੂਰੀ ਨਹੀਂ ਕਰਨੀ ਚਾਹੁੰਦੇ ਔਰ ਆਖਨੇ ਹਾਂ ਪਰਮਾਤਮਾ ਨਾਲ ਸਾਡੀ ਪ੍ਰੀਤ ਹੈ। ਕਬੀਰ ਜੀ ਕਹਿੰਦੇ ਨੇ, ਕੋਈ ਮੰਤਰ ਨਹੀਂ ਚੱਲਦਾ ਇਸ ਭੁਜੰਗਮ ਦੇ ਉੱਪਰ, ਜੇ ਬਿਰਹੋਂ ਦਾ ਸਰਪ ਅੰਦਰ ਜਾਗ ਪਏ। ਇਹ ਭੁਜੰਗਮ ਹੋਵੇ ਸਹੀ, ਮਨ ਵਿੱਚ ਵਸ ਜਾਏ। ਕਬੀਰ ਬਿਰਹੋਂ ਭੁਜੰਗਮ ਮਨ ਬਸੈ, ਮੰਤ ਨਾ ਮਾਨੈ ਕੋਏ। ਇਹ ਕਿਸੇ ਹੋਰ ਮੰਤਰ ਨੂੰ ਮੰਨਦਾ ਹੀ ਨਹੀਂ। ਰਾਮ ਵਿਯੋਗੀ ਨਾ ਜੀਐ, ਜੀਐ ਤਾਂ ਬੌਰਾ ਹੋਏ। ਪਰਮਾਤਮਾ ਤੋਂ ਵਿਛੋੜਾ ਮਹਿਸੂਸ ਕਰਨ ਵਾਲਾ ਮਨੁੱਖ ਜੀ ਨਹੀਂ ਸਕਦਾ। ਮਤਲਬ ਜਿਸ ਨੂੰ ਅਸੀਂ ਜੀਵਨ ਸਮਝ ਲਿਆ ਹੈ ਪਦਾਰਥਾਂ ਦੇ ਭੋਗਾਂ ਨੂੰ, ਉਸ ਨੂੰ ਇਸ ਦੀ ਪਰਵਾਹ ਨਹੀਂ ਰਹਿ ਜਾਂਦੀ। ਉਹ ਬੜਾ ਅਲੌਕਿਕ ਰਸਤਾ ਅਖਤਿਆਰ ਕਰਦਾ ਹੈ। ਜਿਹੜਾ ਜੀਵਨ ਉਹ ਜਿਉਂਦਾ ਹੈ, ਦੁਨੀਆ ਵਾਸਤੇ ਤਾਂ ਇੰਜ ਪ੍ਰਤੀਤ ਹੁੰਦਾ ਜਿਵੇਂ ਝੱਲਿਆਂ ਵਾਲਾ ਜੀਵਨ ਹੋਵੇ। ਕੋਈ ਆਖੇ ਭੂਤਨਾ ਕੋ ਕਹੈ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵੇਚਾਰਾ। ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ। ਕਬੀਰ ਜੀ ਨੂੰ ਵੀ ਲੋਕਾਂ ਨੇ ਬੌਰਾ ਆਖਿਆ ਹੀ। ਲੋਕ ਕਹੈ ਕਬੀਰ ਬੌਰਾਨਾ, ਕਬੀਰ ਕਾ ਮਰਮ ਰਾਮ ਪਹਿਚਾਨਾ। ਪਰ ਕਬੀਰ ਦੇ ਭੇਦ ਨੂੰ ਤੇ ਰੱਬ ਜਾਣਦਾ ਹੈ। ਉਹ ਦੁਨੀਆ ਦੀ ਜਿਸ ਭੁੱਖ ਵਿੱਚ ਆਮ ਲੋਕ ਲੱਗੇ ਨੇ, ਇਹਨਾਂ ਤੋਂ ਪਰੇ ਹੋ ਜਾਂਦਾ ਹੈ। ਲੋਕ ਬੌਰਾ ਆਖਦੇ ਹਨ, ਜੀਐ ਤਾਂ ਬੌਰਾ ਹੋਏ। ਪਰ ਸਾਰੀ ਦੁਨੀਆ ਵੀ ਬੌਰਾ ਆਖੇ, ਉਹ ਪ੍ਰਭੂ ਦੇ ਦਰ ਪ੍ਰਵਾਨ ਚੜ੍ਹ ਗਿਆ ਵਿਅਕਤੀ ਹੈ, ਜਿਸ ਦੇ ਅੰਦਰ ਵਿਛੋੜਾ ਜਾਗ ਪਿਆ, ਜਿਸ ਦੇ ਅੰਦਰ ਬਿਰਹੋਂ ਦੀ ਪੀੜਾ ਹੀ ਨਾ ਜਾਗੀ ਕਿ ਮਿਲਾਪ ਲਈ ਤੜਪ ਹੀ ਪੈਦਾ ਨਾ ਹੋਈ। ਬਾਬਾ ਸ਼ੇਖ ਫਰੀਦ ਜੀ ਨੇ ਆਖਿਆ ਹੈ, ਮੈਂ ਉਸ ਸਰੀਰ ਨੂੰ ਜ਼ਿੰਦਿਆਂ ਵਿੱਚ ਨਹੀਂ ਗਿਣਦਾ। ਲੋਕ ਬੌਰਾ ਆਖਦੇ ਨੇ ਇਸ ਨੂੰ, ਪਰ ਇਹ ਅਸਲੀ ਜੀਵਨ ਜਾਣਦਾ ਹੈ। ਤੇ ਲੋਕ ਜਿਹੜੇ ਇਸ ਤੜਪ ਵੱਲ ਨਹੀਂ ਗਏ, ਉਹਨਾਂ ਨੂੰ ਬਾਬਾ ਫਰੀਦ ਕਹਿੰਦੇ ਨੇ, ਇਹ ਸਰੀਰ ਜ਼ਿੰਦਾ ਨਹੀਂ, ਤੁਰੀਆਂ ਫਿਰਦੀਆਂ ਲਾਸ਼ਾਂ ਨੇ, ਮਸਾਣ ਨੇ। ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ। ਫਰੀਦਾ ਜਿਤ ਤਨ ਬਿਰਹੋਂ ਨਾ ਊਪਜੈ, ਸੋ ਤਨ ਜਾਣ ਮਸਾਨ। ਵਡਭਾਗੀ ਨੇ ਉਹ ਜਿਨ੍ਹਾਂ ਅੰਦਰ ਇਹ ਭੁਜੰਗਮ ਬਿਰਹੋਂ ਦਾ ਜਾਗ ਉੱਠਿਆ। ਇਹ ਤੜਪ, ਇਹ ਪਿਆਸ ਪ੍ਰਭੂ ਮਿਲਾਪ ਦੀ ਪੈਦਾ ਹੋ ਗਈ।
ਇਹ ਪਿਆਸ ਮਿਲਾਪ ਤੱਕ ਪਹੁੰਚਾ ਦੇਵੇਗੀ, ਇਹ ਗਾਰੰਟੀ ਹੈ। ਕਬੀਰ ਪਾਰਸ ਚੰਦਨੈ ਤਿਨ ਹੈ ਏਕ ਸੁਗੰਧ, ਤਿਹ ਮਿਲ ਤੇਊ ਊਤਮ ਪੈ ਲੋਹ ਕਾਠ ਨਿਰਗੰਧ। ਆਪਾਂ ਇਸ ਤੋਂ ਪਹਿਲੇ ਸ਼ਲੋਕ ਵਿੱਚ ਬਿਰਹੋਂ ਵਾਲੇ ਦੀ ਅਵਸਥਾ ਵਿਚਾਰਦਿਆਂ ਇਹ ਡਿਠਾ ਕਿ ਪੂਰਨ ਸਤਸੰਗੀ, ਪ੍ਰਭੂ ਦੇ ਮਿਲਾਪ ਨੂੰ ਮਾਨਣ ਵਾਲਾ, ਮਿਲਾਪ ਦਾ ਰਸਤਾ ਜਾਣਨ ਵਾਲਾ, ਉਸ ਦੀ ਤਲਾਸ਼ ਜ਼ਰੂਰੀ ਹੈ ਕਿ ਉਸ ਦੇ ਸੰਗ ਮਿਲ ਰੰਗ ਸਾਨੂੰ ਵੀ ਲੱਗ ਸਕੇ। ਕਬੀਰ ਜੀ ਕਹਿੰਦੇ ਨੇ, ਦੇਖੋ ਦੁਨੀਆ ਵਿੱਚ ਸਾਹਮਣੇ ਤੁਹਾਡੇ ਦੋ ਮਿਸਾਲਾਂ ਵਰਤ ਰਹੀਆਂ ਨੇ ਵਿਸ਼ੇਸ਼, ਇੱਕ ਪਾਰਸ ਦੀ, ਇੱਕ ਚੰਦਨ ਦੀ। ਪਾਰਸ ਨੂੰ ਲੋਹਾ ਵੀ ਛੋ ਜਾਏ ਤਾਂ ਸੋਨਾ ਬਣ ਜਾਂਦਾ ਹੈ। ਇਹ ਸੰਗਤ ਦਾ ਅਸਰ ਹੈ। ਚੰਦਨ ਦੇ ਨੇੜੇ ਹੋਰ ਕੋਈ ਛਿਛਰੇ ਦਾ ਬੂਟਾ ਵੀ ਲੱਗ ਜਾਏ, ਪਲਾਹ ਵੀ ਹੋਵੇ, ਤਾਂ ਉਸ ਅੰਦਰ ਵੀ ਖੁਸ਼ਬੂਆਂ ਭਰ ਜਾਂਦੀਆਂ ਨੇ। ਇਉਂ ਹੀ ਜ਼ਿੰਦਗੀ ਵਿੱਚ ਸਾਧੂ ਸੰਗਤ ਦਾ ਪ੍ਰਭਾਵ ਹੈ। ਲੋਹਾ ਵੀ ਪਵਿੱਤਰ ਹੋਇਆ, ਕਾਠ ਵੀ, ਲੱਕੜੀ ਵੀ ਦੂਜੇ ਬਿਰਸ਼ ਦੀ ਸੁਗੰਧੀਆਂ ਨਾਲ ਭਰ ਗਈ। ਚੰਦਨ ਦੀ ਖੁਸ਼ਬੂ ਗ੍ਰਹਿਣ ਕਰਕੇ ਲੋਹਾ ਪਾਰਸ ਨੂੰ ਸਪਰਸ਼ ਕਰ ਸੋਨਾ ਹੋ ਗਿਆ। ਕਬੀਰ ਪਾਰਸ ਚੰਦਨੈ ਤਿਨ ਹੈ ਏਕ ਸੁਗੰਧ, ਗੁਣ ਹੈ ਤਿਨਾਂ ਦੇ ਅੰਦਰ, ਖੁਸ਼ਬੂ ਹੈ, ਗੁਣ ਹੈ। ਤਿਹ ਮਿਲ ਤੇਊ ਊਤਮ ਪੈ ਲੋਹ ਕਾਠ ਨਿਰਗੰਧ। ਤਿਨਾਂ ਨੂੰ ਮਿਲ ਕੇ, ਪਾਰਸ ਤੇ ਚੰਦਨ ਨੂੰ ਮਿਲ ਕੇ, ਲੋਹਾ ਤੇ ਹੋਰ ਬਿਰਸ਼, ਕਾਠ, ਜਿਨ੍ਹਾਂ ਅੰਦਰ ਕੋਈ ਖੁਸ਼ਬੂ ਨਹੀਂ ਸੀ, ਗੁਣ ਨਹੀਂ ਸੀ। ਔਗਣਾਂ ਨੂੰ ਬਦਬੂ ਆਖਿਆ ਜਾਂਦਾ ਹੈ, ਭੈੜੇ ਨੇ। ਗੁਣ ਖੁਸ਼ਬੂ ਨੇ। ਪਾਰਸ ਅੰਦਰ ਖੁਸ਼ਬੂ ਸੀ, ਵਡਿਆਈ ਸੀ, ਲੋਹੇ ਨੂੰ ਸੋਨਾ ਬਣਾ ਦਿੱਤਾ। ਚੰਦਨ ਅੰਦਰ ਵਡਿਆਈ ਸੀ, ਸੁਗੰਧੀ ਨਾਲ ਭਰ ਦੇਣਾ ਉਸਨੇ ਲੱਕੜੀ ਦੂਜੇ ਬਿਰਸ਼ ਦੀ ਵੀ ਖੁਸ਼ਬੂਆਂ ਨਾਲ ਭਰ ਦਿੱਤੀ, ਪਵਿੱਤਰ ਹੋ ਗਏ। ਇਉਂ ਹੀ ਇਨਸਾਨੀ ਜ਼ਿੰਦਗੀ ਵਿੱਚ ਸਾਧੂ ਦੀ ਸੰਗਤ ਹੈ। ਸਾਧੂ ਹੋਵੇ ਸਹੀ, ਗੁਰੂ ਕੀ ਸੰਗਤ ਹੈ। ਮਹਾ ਪਵਿੱਤਰ ਸਾਧ ਕਾ ਸੰਗ, ਜਿਸ ਭੇਟਤ ਲਾਗੈ ਪ੍ਰਭ ਰੰਗ। ਜਿਸ ਦੇ ਭੇਟਿਆਂ ਪ੍ਰਭੂ ਦਾ ਰੰਗ ਲੱਗ ਜਾਂਦਾ ਹੈ। ਇਸ ਸੰਗ ਦਾ ਵਿਆਖਿਆ ਪੂਰਵਕ ਜ਼ਿਕਰ ਪੰਚਮ ਪਾਤਸ਼ਾਹ ਜੀ ਨੇ ਕੀਤਾ। ਕਹਿਣ ਲੱਗੇ, ਦੇਖੋ ਇਸ ਸੰਗ ਨੇ ਕੀ ਤਬਦੀਲੀਆਂ ਲਿਆਂਦੀਆਂ। ਕਾਮ, ਕ੍ਰੋਧ, ਮਾਇਆ, ਮਦ, ਮਤਸਰ, ਈਰਖਾ। ਕਾਮ, ਕ੍ਰੋਧ, ਮਾਇਆ, ਮਦ, ਮਤਸਰ, ਇਹ ਖੇਲਤ ਸਭ ਜੂਏ ਹਾਰੇ। ਇਹ ਨਿਕਲ ਗਏ। ਸਤ, ਸੰਤੋਖ, ਦਇਆ, ਧਰਮ, ਸੱਚ, ਇਹ ਆਪਣੇ ਗ੍ਰਹਿ ਭੀਤਰ ਵਾਰੇ, ਇਹ ਅੰਦਰ ਪ੍ਰਵੇਸ਼ ਕਰ ਗਏ। ਜਨਮ ਮਰਨ ਚੂਕੇ ਸਭ ਭਾਰੇ, ਮਿਲਤ ਸੰਗ ਭਇਓ ਮਨ ਨਿਰਮਲ, ਗੁਰ ਪੂਰੈ ਲੈ ਖਿਨ ਮਹਿ ਤਾਰੇ। ਇਹ ਗੁਰੂ ਦੀ ਸੰਗਤ ਦਾ ਅਸਰ ਹੋਇਆ। ਹੁਣ ਮੇਰੀ ਅਵਸਥਾ ਇਹ ਹੈ, ਸਭ ਕੀ ਰੇਨ ਹੋਏ ਰਹੈ ਮਨੁਆ, ਸਗਲੇ ਦੀਸਹਿ ਮੀਤ ਪਿਆਰੇ। ਸਭ ਮੱਧੇ ਰਵਿਆ ਮੇਰਾ ਠਾਕੁਰ, ਦਾਨ ਦੇਤ ਸਭ ਜੀ ਸਮਾਰੇ। ਪਰਮਾਤਮਾ ਦੂਰ ਹੈ ਨਹੀਂ, ਕਣ ਕਣ ਵਿੱਚ ਵਸੀ ਹੋਈ ਉਹ ਸ਼ਕਤੀ ਮੈਨੂੰ ਪ੍ਰਤੀਤ ਹੋ ਗਈ। ਔਰ ਥੋੜੀ ਜਹੀ ਸੰਗਤ ਵੀ ਜ਼ਿੰਦਗੀ ਭਰ ਲਈ ਰੰਗਤ ਚੜਾ ਜਾਂਦੀ ਹੈ। ਅਸੀਂ ਰੋਜ਼ ਆਪਣੀ ਰੋਜ਼ਮर्रा ਦੀ ਜ਼ਿੰਦਗੀ ਵਿੱਚ ਇਹ ਮਿਸਾਲਾਂ ਦੇਖਦੇ ਹਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਪਿਆਰਾ ਜ਼ਿਕਰ ਕੀਤਾ ਹੈ। ਉਹ ਕਹਿੰਦੇ ਨੇ, ਤਨਕ ਹੀ ਜਾਮਨ ਕੈ
दूध दध होत जैसे। दुध ਨੂੰ थोड़ी जही जाग लाई, तनिक थोड़ी जही। तनक ही जामन कै दूध दध होत जैसे। तनिक ही कांजी परै दूध फट जात है। ਉਸੇ ਦੁੱਧ ਵਿੱਚ ਥੋੜੀ ਜਿਹੀ ਕਾਂਜੀ ਪਾ ਦਿਓ, ਦੁੱਧ ਫਟ ਗਿਆ, ਖਰਾਬ ਕਰ ਲਿਆ। ਕੁਸੰਗਤ ਤੇ ਸਤ ਸੰਗਤ ਦਾ ਪ੍ਰਭਾਵ ਹੈ ਦੋਹਾਂ ਦਾ ਹੀ। ਇੱਕ ਜ਼ਿੰਦਗੀ ਨੂੰ ਬਰਬਾਦ ਕਰਦੀ ਹੈ, ਦੂਜੀ ਜ਼ਿੰਦਗੀ ਨੂੰ ਸਵਾਰਦੀ ਹੈ। ਤਨਕ ਹੀ ਬੀਜ ਬੋਏ ਬਿਰਖ ਬਿਥਾਰ ਹੋਏ। ਛੋਟਾ ਜਿਹਾ ਬੀਜ ਬੀਜਨੇ ਹਾਂ, ਪਰਵਰਿਸ਼ ਕਰਦੇ ਹਾਂ, ਕਿੱਡਾ ਵੱਡਾ ਬਿਰਛ ਬਣ ਜਾਂਦਾ ਹੈ। ਤਨਕ ਹੀ ਚਿਨਗ ਪਰੈ ਭਸਮ ਹਵੈ ਸਮਾਤ ਹੈ। ਥੋੜੀ ਜਿਹੀ ਚਿੰਗਾਰੀ ਉਸੇ ਬਿਰਛ ਨੂੰ ਲਾ ਦਿਓ, ਉਹ ਜਲ ਕੇ ਰਾਖ ਹੋ ਜਾਂਦਾ ਹੈ। ਚਿੰਗਾਰੀ ਦੀ ਕੁਸੰਗਤ ਰਾਖ ਕਰ ਗਈ। ਤਨਕ ਹੀ ਖਾਏ ਬਿਖ ਹੋਤ ਹੈ ਬਿਨਾਸ਼ ਕਾਲ। ਰੱਤੀ ਭਰ ਜ਼ਹਿਰ ਖਾਦਿਆਂ ਮੌਤ ਆਵਰਤੀ। ਤਨਕ ਹੀ ਅੰਮ੍ਰਿਤ ਕੈ ਅਮਰ ਹਵੈ ਗਾਤ ਹੈ। ਰੰਚਕ ਮਾਤਰ ਅੰਮ੍ਰਿਤ ਮਿਲ ਗਿਆ ਤਾਂ ਅਮਰ ਹੋ ਗਏ। ਸੰਗਤ ਅਸਾਧ ਸਾਧ ਗਨਕਾ ਵਿਆਹੁਤਾ ਜਿਉ। ਸਾਧੂ ਦੀ ਤੇ ਅਸਾਧੂ ਦੀ, ਭੈੜੇ ਬੰਦੇ ਦੀ ਤੇ ਨੇਕ ਪੁਰਸ਼ ਦੀ ਸੰਗਤ ਤੇ ਕੁਸੰਗਤ ਦਾ ਇੰਨਾ ਫਰਕ ਹੈ ਜਿਵੇਂ ਵਿਆਹੁਤਾ ਔਰਤ ਦਾ ਔਰ ਕਿਸੇ ਵੇਸਵਾ ਦੇ ਨਾਲ ਉਸ ਦੇ ਤਨ ਦੇ ਗਾਮੀ ਹੋਣ ਦਾ। ਇੱਕ ਵਿੱਚ ਰੋਗ ਹੀ ਰੋਗ ਨੇ, ਇੱਕ ਸੰਸਾਰ ਦੇ ਵਿੱਚ ਨਿਰੰਕਾਰ ਵੱਲੋਂ ਬਣੇ ਹੋਏ ਸਿਸਟਮ ਵਿੱਚ ਸੁੱਖ ਹੈ। ਤਨਕ ਹੀ ਮੈਂ ਉਪਕਾਰ ਸੰਤਾਨ ਪੈਦਾ ਹੋਵੇਗੀ। ਔ ਵਿਕਾਰ ਵੇਸਵਾ ਦੇ ਸੰਗ ਵਿਕਾਰ ਨੇ, ਘਾਤ ਹੈ, ਉਸ ਦੇ ਵਿੱਚ ਨੁਕਸਾਨ ਹੀ ਨੁਕਸਾਨ ਹੈ। ਕਬੀਰ ਸਾਹਿਬ ਕਹਿੰਦੇ ਨੇ ਸੰਗਤ ਚੰਗੀ ਕਰੀ। ਜਿਵੇਂ ਲੋਹਾ ਵੀ ਸਪਰਸ਼ ਕਰੇ ਪਾਰਸ ਨੂੰ ਤੇ ਸੋਨਾ ਹੋ ਜਾਂਦਾ ਹੈ। ਸਾਧਾਰਨ ਛਿਛਰੇ ਦਾ ਬੂਟਾ ਕੋਈ ਵੀ ਕਾਠ ਚੰਦਨ ਦੇ ਸੰਗ ਰਹੇ ਖੁਸ਼ਬੂ ਨਾਲ ਭਰ ਜਾਂਦਾ ਹੈ। ਗੁਰੂ ਦੀ ਸੰਗਤ ਕਰੇਗਾ, ਤੇਰੇ ਅੰਦਰ ਵੀ ਰੱਬੀ ਰੰਗ ਲੱਗ ਜਾਏਗਾ। ਤੇ ਸਾਵਧਾਨ ਹੋ, ਜੇ ਇਸ ਤੋਂ ਖਾਲੀ ਰਹੋ ਤੇ ਜਮ ਵੀ ਸਿਰ ਤੇ ਖੜੋਤਾ ਹੈ। ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਏਕ ਜੋ ਸਾਧੂ ਮੋਹ ਮਿਲਿਓ, ਤਿਨ ਲੀਆ ਅੰਚਲ ਲਾਏ। ਜਮ ਦੀ ਚੋਟ, ਜਮ ਦਾ ਡੰਡਾ ਬੜਾ ਖਤਰਨਾਕ ਹੈ। ਸਾਰੀ ਜੀਵਨ ਦੀ ਲੀਲਾ ਨੂੰ ਸਮਾਪਤ ਕਰਕੇ ਰੱਖ ਦਿੰਦਾ ਹੈ। ਜਮ ਨੂੰ ਡਰਾਉਣਾ ਆਖਿਆ ਜਾਂਦਾ ਹੈ। ਅਸੀਂ ਸੋਹਿਲੇ ਦੀ ਬਾਣੀ ਦਾ ਪਾਠ ਕਰਦਿਆਂ ਇਹ ਲਫ਼ਜ਼ ਹਰ ਰੋਜ਼ ਪੜ੍ਹਨੇ ਹਾਂ। ਜਮ ਕਾਲ ਸਹਿ ਸਿਰ ਡੰਡਾ ਹੈ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਤੇ ਰਹਾਓ ਬਾਅਦ ਹਜ਼ੂਰ ਕਹਿੰਦੇ ਨੇ, ਸਾਕਤ ਹਰ ਰਸ ਸਾਧ ਨ ਜਾਣਿਆ। ਤਿੰਨ ਅੰਤਰ ਹੋਮੈ ਕੰਡਾ ਹੈ। ਜਿਉਂ ਜਿਉਂ ਚੱਲੈ ਚੁਭੈ ਦੁੱਖ ਪਾਵੈ, ਜਮ ਕਾਲ ਸਹੈ ਸਿਰ ਡੰਡਾ ਹੈ। ਹੰਕਾਰ ਦਾ ਕੰਡਾ ਹੀ ਜਮ ਦਾ ਡੰਡਾ ਬਣ ਜਾਂਦਾ ਹੈ। ਕਬੀਰ ਜੀ ਕਹਿੰਦੇ ਨੇ ਇਹ ਬੜਾ ਬੁਰਾ ਹੈ। ਕਬੀਰ ਜਮ ਕਾ ਠੇਂਗਾ ਬੁਰਾ ਹੈ। ਜਮ ਦੀ ਇਹ ਚੋਟ ਬੜੀ ਭੈੜੀ ਹੈ, ਜਨਮ ਮਰਨ ਦੇ ਗੇੜ ਵਿੱਚ ਪਾ ਦੇਵੇਗੀ। ਉਹ ਨਹੀਂ ਸਹਿਆ ਜਾਏ, ਉਹ ਨਹੀਂ ਸਹਿਆ ਜਾਏ, ਉਹ ਬਰਦਾਸ਼ਤ ਨਹੀਂ ਕੀਤਾ ਜਾਂਦਾ। ਬੜਾ ਔਖਾ ਹੈ। ਔਰ ਇਹ ਪਤਾ ਹੀ ਨਹੀਂ ਕਿ ਕਿਹੜੇ ਵੇਲੇ ਸਿਰ ਤੇ ਆਣ ਵੱਜਣਾ ਹੈ, ਇਸ ਦਾ ਵੀ ਕੋਈ ਭਰੋਸਾ ਥੋੜੀ ਹੈ। ਇਸ ਲਈ ਸਤਿਗੁਰੂ ਜੀ ਨੇ ਬਾਰ-ਬਾਰ ਤਾਕੀਦ ਕੀਤੀ ਹੈ ਕਿ ਐ ਮਨੁੱਖ ਸਾਵਧਾਨ ਹੋ।
ਪੰਚਮ ਪਾਤਸ਼ਾਹ ਗੌੜੀ ਰਾਗ ਅੰਦਰ 52 ਅੱਖਰੀ ਦੀ ਬਾਣੀ ਵਿੱਚ ਬਚਨ ਲਿਖਦੇ ਨੇ, ਗੱਗਾ ਗੋਬਿੰਦ ਗੁਣ ਰਵਹੁ ਸਾਸ ਸਾਸ ਜਪ ਨੀਤ, ਕਹਾਂ ਬਿਸਾਸਾ ਦੇਹ ਕਾ ਬਿਲਮ ਨ ਕਰਿਓ ਮੀਤ। ਉਹ ਰੱਤੀ ਭਰ ਭਰੋਸਾ ਕਰਕੇ ਇਸ ਦੇਹ ਤੇ ਨਾ ਬੈਠ ਜਾਈ। ਜਮ ਦਾ ਡੰਡਾ ਕਿਸ ਵੇਲੇ ਆਣ ਲੱਗਣਾ ਹੈ ਤੇ ਮਾਮੂਲੀ ਉਸ ਦੀ ਚੋਟ ਵੀ ਇਸ ਪਾਸੋਂ ਬਰਦਾਸ਼ਤ ਨਹੀਂ ਕੀਤੀ ਜਾਣੀ। ਕਿੰਨਾ ਬਲਵਾਨ ਸਰੀਰ ਕਿਉਂ ਨਾ ਹੋਵੇ, ਜਮ ਦੇ ਡੰਡੇ ਅੱਗੇ ਡਿੱਗ ਪੈਂਦਾ ਹੈ, ਮਿਟ ਜਾਏਗਾ। ਕਹਾਂ ਬਿਸਾਸਾ ਦੇਹ ਕਾ ਬਿਲਮ ਨ ਕਰਿਓ ਮੀਤ। ਤੇ ਇਹ ਵੀ ਨਾ ਸੋਚੀ ਕਿ ਬੁਢਾਪਾ ਆਵੇਗਾ, ਸ਼ਾਇਦ ਮੌਤ ਤਾਂ ਹੀ ਆਉਣੀ ਹੈ। ਕਿੰਨੇ ਲੋਕ ਜਵਾਨੀ ਵਿੱਚ ਹੀ ਤੁਰ ਗਏ। ਕੋਈ ਮੌਤ ਦੇ ਸਾਹਮਣੇ ਅੜ ਕੇ ਖੜ ਥੋੜੀ ਸਕਿਆ ਹੈ। ਜਵਾਨਾਂ ਦੀ ਵੀ ਛੱਡੋ, ਛੋਟੀ ਅਵਸਥਾ ਵਿੱਚ ਬਚਪਨ ਵਿੱਚ ਵੀ ਕਿੰਨਿਆਂ ਨੂੰ ਜਾਣਾ ਪੈ ਗਿਆ। ਕੋਈ ਰੋਕ ਸਕਿਆ? ਕਦੀ ਨਹੀਂ। ਇਸ ਲਈ ਪੰਚਮ ਪਾਤਸ਼ਾਹ ਜੀ ਨੇ ਆਖਿਆ, ਨਹਿ ਬਾਰਿਕ ਨਹਿ ਜੋਬਨ ਨਹਿ ਬਿਰਦੀ ਕਛ ਬੰਦ। ਨਾ ਕੋਈ ਰੁਕਾਵਟ ਪਾ ਸਕਿਆ ਜਮ ਨੂੰ ਬਚਪਨ ਵਿੱਚ, ਨਾ ਜਵਾਨੀ ਵਿੱਚ, ਨਾ ਬੁਢਾਪੇ ਵਿੱਚ। ਮੌਤ ਦਾ ਕੋਈ ਪਤਾ ਨਹੀਂ ਕਿਸ ਵੇਲੇ ਸਿਰ ਤੇ ਆਣ ਖੜੀ ਹੋਵੇ, ਕਿੱਥੇ ਆਣ ਖੜੀ ਹੋਵੇ, ਕਿਸ ਬਹਾਨੇ ਆਣ ਖੜੀ ਹੋਵੇ। ਨਹਿ ਬਾਰਿਕ ਨਹਿ ਜੋਬਨ ਨਹਿ ਬਿਰਦੀ ਕਛ ਬੰਦ। ਉਹ ਬੇਰਾ ਨਹਿ ਬੂਝੀਐ ਜੋ ਆਏ ਪਰੈ ਜਮ ਫੰਦ। ਜਿਸ ਵੇਲੇ ਜਮਾਂ ਦਾ ਫੰਦਾ ਆਣ ਪੈਣਾ ਹੈ, ਕੋਈ ਪਤਾ ਨਹੀਂ। ਨਾ ਸਮੇਂ ਦਾ ਪਤਾ ਹੈ ਸਾਨੂੰ, ਨਾ ਸਥਾਨ ਦਾ ਪਤਾ ਹੈ, ਨਾ ਬਹਾਨੇ ਦਾ ਹੀ ਪਤਾ ਹੈ। ਲੇਕਿਨ ਜਦ ਮੌਕਾ ਮੇਲ ਬਣਦਾ ਹੈ, ਕੋਈ ਰੁਕ ਥੋੜੀ ਸਕਿਆ ਹੈ। ਜਮਾਂ ਦਾ ਠੇਂਗਾ ਸਹਿਣਾ ਬੜਾ ਬੁਰਾ ਹੈ, ਉਸ ਦੀ ਚੋਟ ਬੜੀ ਖਤਰਨਾਕ ਹੈ, ਬਰਦਾਸ਼ਤ ਕਰਨੀ ਬੜੀ ਮੁਸ਼ਕਿਲ ਹੈ। ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਏਕ ਜੋ ਸਾਧੂ ਮੋਹ ਮਿਲਿਓ ਤਿਨ ਲੀਆ ਅੰਚਲ ਲਾਏ। ਪਰ ਪ੍ਰਭੂ ਦੀ ਕਿਰਪਾ ਹੋ ਗਈ, ਮੈਨੂੰ ਪੂਰਾ ਗੁਰੂ ਮਿਲ ਗਿਆ। ਉਸਨੇ ਆਪਣਾ ਪੱਲਾ ਪਕੜਾ ਦਿੱਤਾ। ਗੁਰੂ ਦਾ ਪੱਲਾ ਜਿੰਨਾ ਪਕੜਿਆ, ਉਹ ਵਿਕਾਰਾਂ ਦੀ ਕੈਦ ਤੋਂ ਵੀ ਮੁਕਤ ਹੋ ਗਏ, ਉਹ ਜਮਾਂ ਦੀ ਫਾਹੀ ਤੋਂ ਵੀ ਮੁਕਤ ਹੋ ਗਏ। ਪੱਲਾ ਪਕੜਨ ਦੀ ਹੀ ਬਾਤ ਹੈ ਕਿ ਇਹ ਮਨੁੱਖ ਹਰ ਕੈਦ ਤੋਂ ਆਜ਼ਾਦ ਹੋ ਜਾਂਦਾ ਹੈ। ਬੰਦੀ ਛੋੜ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਥਾ ਵਿੱਚੋਂ ਇਹ ਰਮਜ਼ ਸਮਝਣ ਵਾਲੀ ਹੈ। ਸਮੇਂ ਦਾ ਸਮਰਾਟ ਆਖਦਾ ਹੈ, ਤੁਸੀਂ ਰਿਹਾ। ਗੁਰੂ ਤਾਂ ਰਿਹਾ ਹੈ ਹੀ। ਇਸ ਨੂੰ ਪਰਮਾਰਥ ਵੱਲ ਲਿਜਾ ਕੇ ਦੇਖੋ। ਇਹ ਪਰਮਾਤਮਾ ਵੱਲੋਂ ਵੀ ਐਲਾਨ ਹੈ ਕਿ ਗੁਰੂ ਤਾਂ ਕਿਸੇ ਬੰਧਨ ਵਿੱਚ ਹੈ ਹੀ ਨਹੀਂ। ਜੇ ਗਵਾਲੀਅਰ ਦੇ ਕਿਲੇ ਵਿੱਚ ਵੀ ਬੈਠੇ ਨੇ ਤਾਂ ਵੀ ਰੂਹ ਸੁਤੰਤਰ ਹੈ। ਲੇਕਿਨ ਰੱਬੀ ਹੁਕਮ ਵੀ ਹੈ ਕਿ ਗੁਰੂ ਆਜ਼ਾਦ ਹੈ ਹਰ ਬੰਧਨ ਤੋਂ। ਪਰ ਇੱਕ ਰੱਬੀ ਹੁਕਮ ਹੋਰ ਵੀ ਹੈ, ਜਿਹੜਾ ਗੁਰੂ ਦਾ ਪੱਲਾ ਪਕੜ ਲੈਂਦਾ ਹੈ ਉਹ ਵੀ ਆਜ਼ਾਦ ਹੋ ਜਾਂਦਾ ਹੈ। ਇਹ ਦੁਨਿਆਵੀ ਸਮਰਾਟ ਨੇ ਆਖਿਆ, ਸ਼ਰਤ ਮੰਨਣੀ ਪਈ ਉਸਨੂੰ, ਕਿਉਂਕਿ ਸਤਿਗੁਰੂ ਦੀ ਚਰਨ ਸਰਨ ਵਿੱਚ ਇਹ ਪਹਾੜੀ ਰਾਜੇ ਤਰਲੇ ਲੈਣ ਲੱਗੇ, ਆਪ ਕਿਲੇ ਤੋਂ ਨਿਕਲ ਜਾਓਗੇ, ਸਾਨੂੰ ਕੌਣ ਰਿਹਾ ਕਰਾਵੇਗਾ। ਇੱਥੇ ਹੱਡੀਆਂ ਰਗੜ ਰਗੜ ਮਰ ਜਾਵਾਂਗੇ, ਕਿਰਪਾ ਕਰੋ। ਹਜ਼ੂਰ ਨੇ ਇਹ ਸ਼ਰਤ ਰੱਖ ਦਿੱਤੀ। ਇਹ ਸ਼ਰਨ ਆਏ ਨੇ, ਇਹਨਾਂ ਦਾ ਛੁਟਕਾਰਾ ਹੋਣਾ ਚਾਹੀਦਾ ਹੈ। ਗੁਰੂ ਦੀ ਇਹ ਦਇਆ ਹੈ। ਗੁਰੂ ਦੀ ਚਰਨ ਸਰਨ ਵਿੱਚ ਜੋ ਆ ਜਾਏ, ਗੁਰੂ ਮਿਹਰਬਾਨ ਹੈ, ਛੁਟਕਾਰਾ ਦਿਵਾਉਂਦਾ ਹੈ।
ਇਹ ਰਿਹਾ ਹੋਣੇ ਚਾਹੀਦੇ ਨੇ। ਸ਼ਾਹੀ ਪਰਵਾਨਾ ਆਉਂਦਾ ਹੈ ਕਿ ਜੋ ਪੱਲਾ ਪਕੜ ਲੈਣ ਉਹ ਰਿਹਾ ਸਮਝੇ ਜਾਣਗੇ। 52 ਰਾਜੇ ਸਨ, ਕਲੀਆਂ ਵਾਲਾ ਚੋਲਾ ਬਣਾ ਹਰ ਇੱਕ ਨੂੰ ਪਕੜਾ ਦਿੱਤਾ ਪੱਲਾ, ਸਾਰੇ ਰਿਹਾ ਹੋ ਗਏ। ਜਿਨ੍ਹਾਂ ਨੇ ਵੀ ਗੁਰੂ ਦਾ ਪੱਲਾ ਪਕੜਿਆ ਹੈ ਉਹ ਸਭ ਰਿਹਾ ਹੋ ਜਾਂਦੇ ਨੇ। ਕਬੀਰ ਜੀ ਕਹਿੰਦੇ ਨੇ, ਏਕ ਜੋ ਸਾਧੂ ਮੋਹ ਮਿਲਿਓ ਤਿਨ ਲੀਆ ਅੰਚਲ ਲਾਏ। ਉਸਨੇ ਆਪਣੇ ਪੱਲੇ ਲਾ ਲਿਆ, ਲੜ ਲਾ ਲਿਆ, ਤੇ ਮੈਂ ਵਿਕਾਰਾਂ ਦੀ ਦਲਦਲ ਤੋਂ, ਕੈਦ ਤੋਂ ਬਚ ਗਿਆ, ਜਮਾਂ ਦੀਆਂ ਮਾਰਾਂ ਤੋਂ ਬਚ ਗਿਆ। ਕਬੀਰ ਬੈਦ ਕਹੈ ਹਉ ਹੀ ਭਲਾ, ਦਾਰੂ ਮੇਰੇ ਵਸ, ਇਹ ਤੋ ਬਸਤ ਗੋਪਾਲ ਕੀ, ਜਬ ਭਾਵੈ ਲੇ ਖਸ। ਵੈਦਗੀ ਇੱਕ ਔਖੀ ਵਿਦਿਆ ਹੈ। ਅੱਜ ਦੇ ਜ਼ਮਾਨੇ ਵਿੱਚ ਤਾਂ ਸਾਡੇ ਪਾਸ ਅਨੇਕ ਪ੍ਰਕਾਰ ਦੀਆਂ ਸਹੂਲਤਾਂ ਨੇ। ਵਿਗਿਆਨਕਾਂ ਨੇ ਜੰਤਰ ਬਣਾ ਲਏ ਨੇ। ECG ਕਰ ਸਕਦੇ ਹੋ, ਐਕਸ-ਰੇ ਹੋ ਸਕਦੇ ਨੇ, ਸਕੈਨਿੰਗ ਹੋ ਸਕਦੀ ਹੈ। ਅੰਦਰਲੀਆਂ ਬਿਮਾਰੀਆਂ ਨੂੰ ਜਾਣਨ ਦੀ ਇਹ ਸਹੂਲਤ ਹੈ। ਲੇਕਿਨ ਪੁਰਾਣੇ ਸਮਿਆਂ ਵਿੱਚ ਵੈਦਾਂ ਪਾਸ ਇਹ ਮਸ਼ੀਨਰੀ ਨਹੀਂ ਸੀ। ਲੇਕਿਨ ਕਿੱਡੀ ਉੱਚੀ ਵਿਦਿਆ ਹੋਵੇਗੀ। ਅੱਖਾਂ ਵਿੱਚ ਡਿੱਠਾ ਹੈ, ਰੋਗ ਪਹਿਚਾਣ ਲਿਆ ਹੈ। ਨੋਹਾਂ ਦਾ ਰੰਗ ਦੇਖਿਆ ਹੈ, ਹੱਥਾਂ ਪੈਰਾਂ ਦੇ ਨਹੁੰ, ਬਿਮਾਰੀ ਪਹਿਚਾਣ ਲਈ ਹੈ। ਆਦਮੀ ਦੇ ਮਲ ਤਿਆਗ ਤੋਂ बीमारी पहचान ली है। नब्ज पकड़ी है और वैद ने लब लिया है रोग की है। बहुत गहरी विद्या सी, लेकिन कोई इस विद्या ते हंकार कर लवे कि मैं तां मरीज नूं बचा ही लेना है क्योंकि दारू दा मैनू पता है। नहीं, ये भुलेखा होवेगा। दारू भी तां ही कम करदा है जे मालक आप विच खड़ा हो जाए, वो किरपा कर देवे। नहीं तां दवाई भी कम नहीं करदी। इसलिए सियाणे लोग दवाई करन वाले भी जद बहुत भयंकर चक्रव्यूह विच फस जांदे हन कि खतरनाक स्थिति विच मरीज है, उस वेले वो भी हथ खड़े कर दिंदे ने, हुण दुआ करो। दवाई नहीं कम आउंदी जापदी, दुआ करो। और दुआ बहुत वारी कम आ जाती है, अरदास कम आ जाती है। सतगुरु जी ने एक नुकता बाणी विच इस संबंधी लिखिया है। हजूर कहंदे ने, वैदां संदा संग इकट्ठा होया, एक नहीं कई वैद इकट्ठे होए। सारिਆਂ ने सलाह मशवरा किया मरीज के संबंध विच, बीमारी के संबंध विच, दवाई दे बारे। औखद आए रास विच आप खलोया। वो दारू कम कर गए, पर सतगुरु कहंदे ने, ये याद रखो मालक विच आप खड़ा होया तां ये दारू ने कम कीता। जो जो उन्हां कर्म सो कर्म होए पसरिया, सफल हो गया। हर हां दुख रोग सब पाप तन ते खिसरिया, दुख दरिद्र दूर हो गए। लेकिन इकल्ला दारू ते वैद कम कर सकदा तां सिकंदर मरदा ही ना। तरला तां उसदा इन्ना ही सी, किसे तरह वापस राजधानी पहुंच जावां। मैं मां नूं मिलना चाहुंदा, अपने उस्ताद नूं मिलना चाहुंदा। एक वारी जिंदा जी अपनी राजधानी वापस परत जावां। वैदां नूं तरले मारे उसने कि इतनी दौलत मैं लुट के ले आया हाँ, इन्ने मुल्कां दी, सब खर्च कर देण नूं तैयार हाँ, कितनी महंगी दवाई क्यों ना होवे, इंतजाम करो।
ਕੁਝ ਪਹਿਰਾਂ ਦੀ ਤਾਂ ਗੱਲ ਹੈ, ਇੰਨੀ ਜ਼ਿੰਦਗੀ ਵੀ ਨਾ ਬਚਾ ਸਕੋਗੇ। ਹਰ ਵੈਦ ਦੀ ਗਰਦਨ ਝੁਕ ਗਈ, ਬਾਦਸ਼ਾਹ ਸਲਾਮਤ ਕੁਝ ਨਹੀਂ ਹੋ ਸਕੇਗਾ। ਜ਼ਿੰਦਗੀ ਸਾਡੇ ਹੱਥ ਥੋੜੀ ਹੈ। ਕੋਈ ਦਾਰੂ ਕੰਮ ਨਾ ਆਇਆ। ਪੰਚਮ ਪਾਤਸ਼ਾਹ ਜੀ ਦਾ ਬੜਾ ਉਪਦੇਸ਼ਮਈ ਫਰਮਾਨ ਹੈ, ਵੈਦੋ ਨ ਵਾਈ ਭੈਣੋ ਨ ਭਾਈ, ਏਕੋ ਸਹਾਈ ਰਾਮ ਹੈ। ਕੀਤਾ ਜਿਸੋ ਹੋਵੈ ਪਾਪਾਂ ਮਲੋ ਧੋਵੈ, ਸੋ ਸਿਮਰਹੁ ਪ੍ਰਧਾਨ ਹੈ। ਇੱਕ ਰਾਮ ਸਹਾਈ ਹੋਣ ਵਾਲਾ ਹੈ, ਪਾਪਾਂ ਦੀ ਕਾਲਖ ਕੱਟਣ ਦੇ ਵੀ ਉਹ ਸਮਰੱਥ ਹੈ, ਤੇ ਕੀਤਾ ਵੀ ਉਸੇ ਦਾ ਹੁੰਦਾ। ਬਾਕੀ ਭੈਣ ਭਰਾ ਵੈਦ ਦਵਾਈਆਂ ਤੇ ਹੋਰ ਕਿਸੇ ਸਹਾਈ ਨਹੀਂ ਹੋਣਾ। ਪਰ ਵੈਦ ਆਖਦਾ ਹੰਕਾਰ ਵਿੱਚ ਆਇਆ ਹੋਇਆ ਕਿ ਮੈਂ ਕਾਮਯਾਬ ਹਾਂ, ਮੈਂ ਸਿਆਣਾ ਹਾਂ, ਕਿਉਂਕਿ ਮੈਂ ਦਵਾਈ ਜਾਣਦਾ, ਦਾਰੂ ਮੇਰੇ ਵਸ। ਕਬੀਰ ਵੈਦ ਕਹੈ ਹਉ ਹੀ ਭਲਾ, ਦਾਰੂ ਮੇਰੇ ਵਸ। ਪਰ ਭਗਤ ਕਬੀਰ ਜੀ ਕਹਿੰਦੇ ਨੇ, ਇਹ ਤੋ ਬਸਤ ਗੋਪਾਲ ਕੀ, ਜਬ ਪਾਵੈ ਲੇ ਖਸ। ਪਰ ਸਚਾਈ ਇਹ ਹੈ ਕਿ ਇਹ ਜਿੰਦ ਉਸ ਮਾਲਕ ਦੀ ਅਮਾਨਤ ਹੈ, ਜਦ ਚਾਹੁੰਦਾ ਹੈ ਵਾਪਸ ਮੋੜ ਲੈਂਦਾ ਹੈ। ਇੱਥੇ ਕੋਈ ਸਦਾ ਨਾ ਟਿਕ ਸਕਿਆ ਹੈ, ਨਾ ਟਿਕ ਸਕੇਗਾ। ਜਮ ਦੇ ਠੇਂਗੇ ਤੋਂ ਬਚਣ ਦਾ ਇੰਤਜ਼ਾਮ ਕਰੋ। 80ਵਾਂ ਸ਼ਲੋਕ। ਕਬੀਰ ਨੌਬਤ ਆਪਣੀ, ਦਿਨ 10 ਲੇਹੋ ਬਜਾਏ। ਆਪਣਾ ਢੋਲ ਭਾਈ 10 ਦਿਨ ਵਜਾ ਲਓ। ਜਿਹੜੀ ਜ਼ਿੰਦਗੀ ਹੈ ਮਨ ਮੰਨੀਆਂ ਮੌਜਾਂ ਕਰ ਲਓ, ਲੇਕਿਨ ਖਿਆਲ ਰੱਖੋ ਵਕਤ ਜਲਦੀ ਜਾਣ ਦਾ ਵੀ ਆਉਣ ਵਾਲਾ ਹੈ। ਕਬੀਰ ਨੌਬਤ ਆਪਣੀ, ਦਿਨ 10 ਲੇਹੋ ਬਜਾਏ। ਨਦੀ ਨਾਵ ਸੰਜੋਗ ਜਿਉ ਬਹੁਰ ਨਾ ਮਿਲ ਹੈ ਆਏ। ਜੇ ਤੂੰ ਸੁਣਦਾ ਨਹੀਂ ਸੱਚੀ ਗੱਲ, ਪ੍ਰਭੂ ਮਿਲਾਪ ਦਾ ਉਪਦੇਸ਼ ਤੇਰੇ ਖਾਨੇ ਨਹੀਂ ਬੈਠਦਾ, ਤੇ ਮਨ ਮਰਜ਼ੀ ਦੀਆਂ ਮੌਜਾਂ ਕਰ ਲੈ। ਪਰ ਯਾਦ ਰੱਖੀ, ਇਹ ਮੌਜਾਂ ਹੈ 10 ਦਿਨਾਂ ਦਾ ਖੇਡ ਹੀ। ਨਦੀ ਤੋਂ ਪਾਰ ਲੰਘਣ ਲਈ ਬੇੜੀ 'ਚ ਜਿਹੜੇ ਮੁਸਾਫਰ ਅੱਜ ਬੈਠੇ ਨੇ, ਮੁੜ ਇਹ ਸਾਰੇ ਕਦੀ ਇਕੱਠੇ ਨਹੀਂ ਹੁੰਦੇ। ਇਹ ਮਨ ਮੰਨੀਆਂ ਮੌਜਾਂ ਲੱਖ ਕਰ, ਪਰ ਇਸ ਵਿੱਚ ਇਹ ਰੰਗ ਤਮਾਸ਼ੇ ਦੀ ਦੁਨੀਆ ਵਿੱਚ ਗੁਆਚਿਆ ਸਰੀਰ ਮੁੜ ਕੇ ਮਿਲਣਾ ਕੋਈ ਨਹੀਂ। ਇਹ ਮਾਲਕ ਦੀ ਕਿਰਪਾ ਨਾਲ ਮਿਲਿਆ ਹੈ, ਇਸ ਨੂੰ ਸਫਲ ਬਣਾ ਲੈ। ਐਵੇਂ ਆਪਣੀਆਂ ਨੌਬਤਾਂ ਨਾ ਵਜਾਉਂਦਾ ਰਹੇ। ਦਰਅਸਲ ਕਬੀਰ ਸਾਹਿਬ ਸਾਨੂੰ ਇਹ ਸਮਝਾ ਰਹੇ ਨੇ, ਆਪਣਾ ਢੋਲ ਹੀ ਨਾ ਵਜਾਈ ਜਾ। ਮਾਲਕ ਦੇ ਨਾਮ ਦਾ ਢੰਡੋਰਾ ਵੀ ਪੂਰਾ ਗੁਰੂ ਦੇ ਰਿਹਾ, ਉਸ ਨੂੰ ਸੁਣ, ਉਸ ਵਿੱਚ ਲੀਨ ਹੋ ਤੇ ਜਮ ਦੇ ਠੇਂਗੇ ਤੋਂ ਬਚ ਜਾ। ਵਾਹਿਗੁਰੂ ਕਿਰਪਾ ਕਰਨ ਕਿ ਸਾਡੇ ਅੰਦਰ ਇਹ ਉਪਦੇਸ਼ ਵਸ ਸਕੇ। ਅਸੀਂ ਆਪਣੇ ਹੀ ਢੋਲ ਨਾ ਵਜਾਉਂਦੇ ਰਹੀਏ, ਆਪਣਾ ਹੀ ਸ਼ੋਰ ਸ਼ਰਾਬਾ ਨਾ ਪਾਉਂਦੇ ਰਹੀਏ, ਬਲਕਿ ਸਤਿਗੁਰੂ ਦੇ ਉਪਦੇਸ਼ ਨੂੰ ਸੁਣ ਕੇ, ਮੰਨ ਕੇ, ਸਤ ਸੰਗੀ ਬਣ ਕੇ ਜਮ ਦੀ ਚੋਟ ਤੋਂ ਬਚਣ ਦਾ ਇੰਤਜ਼ਾਮ ਕਰ ਸਕੀਏ ਤੇ ਇਸ ਮਨੁੱਖਾ ਜਨਮ ਨੂੰ ਸਾਰਥਕ ਬਣਾ ਸਕੀਏ। ਭੁੱਲਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।